ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਇਲਾਕੇ ਵਿੱਚ ਆਪ ਦੀ ਧੁੰਮ ਪੈ ਗਈ। ਪਿੰਡਾਂ ਦੀਆਂ ਸੰਗਤਾਂ ਦਰਸ਼ਨ ਕਰਨ ਲਈ ਬਹੁਤ ਆਉਣ ਲੱਗ ਪਈਆਂ। ਇਹਨਾਂ ਦੀ ਪ੍ਰੇਰਨਾ ਨਾਲ ਆਪ ਨੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਦੌਰਾ ਕੀਤਾ। ਅੰਮ੍ਰਿਤ ਪ੍ਰਚਾਰ ਦਾ ਬੜਾ ਹੀ ਪ੍ਰਵਾਹ ਚੱਲਿਆ। ਕੋਟਲੀ ਆਦਿ ਨਗਰਾਂ ਤੋਂ ਹੁੰਦੇ ਹੋਏ ਸੰਤ ਜੀ ਤਰਨ ਤਾਰਨ ਪੁੱਜੇ ਅਤੇ ਮਾਈ ਰਾਮ ਕੌਰ ਦੇ ਬੁੰਗੇ ਆਸਣ ਕੀਤਾ। ਇੱਥੋਂ ਦੇ ਪੁਜਾਰੀਆਂ ਅਤੇ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ। ਹਰ ਰੋਜ਼ ਹਰਿਮੰਦਰ ਵਿੱਚ ਆਸਾ ਦੀ ਵਾਰ ਦਾ ਦੀਵਾਨ ਸਜਦਾ ਅਤੇ ਸ਼ਾਮ ਨੂੰ ਗਊ ਘਾਟ ਪਾਸ ਮਾਈ ਰਾਮ ਕੌਰ ਜੀ ਦੇ ਬੁੰਗੇ ਅੰਮ੍ਰਿਤ ਪ੍ਰਚਾਰ ਹੁੰਦਾ। ਹਜ਼ਾਰਾਂ ਮਾਈ ਭਾਈ ਅੰਮ੍ਰਿਤ ਛਕ ਕੇ ਨਾਮ ਰਸ, ਪ੍ਰੇਮ ਰਸ ਅਤੇ ਬੀਰ ਰਸ ਦਾ ਆਨੰਦ ਮਾਣਦੇ। ਸਭ ਤੋਂ ਪਹਿਲਾਂ ਮਾਸਟਰ ਚੰਦਾ ਸਿੰਘ ਅਤੇ ਇਹਨਾਂ ਦੀ ਸੁਪਤਨੀ ਬੀਬੀ ਗਿਆਨ ਕੌਰ ਜੀ ਨੇ ਅੰਮ੍ਰਿਤਪਾਨ ਕੀਤਾ। ਦੂਜੇ 35 ਮਾਈਆਂ ਭਾਈਆਂ ਨੇ ਅੰਮ੍ਰਿਤਪਾਨ ਕੀਤਾ। ਸਿੰਘਣੀਆਂ ਨੂੰ ਖੰਡੇ ਦਾ ਅੰਮ੍ਰਿਤ ਸੰਤ ਜੀ ਮਹਾਰਾਜ ਨੇ ਹੀ ਛਕਾਉਣਾ ਆਰੰਭ ਕੀਤਾ ਹੈ। ਪਹਿਲਾਂ ਕਿਰਪਾਨ ਦਾ ਛਕਾਉਂਦੇ ਸਨ। ਪੁਜਾਰੀਆਂ ਨੇ ਇਤਰਾਜ਼ ਕੀਤਾ, ਪਰੰਤੂ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਦਾਤੇ ਦਾ ਅੰਮ੍ਰਿਤ ਬਾਟਾ ਮਾਈ ਭਾਈ ਦਾ ਸਾਂਝਾ ਹੈ। ਹੁਣ ਤਾਂ ਸੰਗਤਾਂ ਦੀ ਗਹਿਮਾ ਗਹਿਮੀ ਰਹਿੰਦੀ ਸੀ। ਹਰ ਰੋਜ਼ ਅੰਮ੍ਰਿਤ ਪ੍ਰਚਾਰ ਹੁੰਦਾ। ਤਰਨ ਤਾਰਨ ਤੋਂ ਸੰਤ ਜੀ ਨੇ ਚੱਬੇ, ਪੰਜਵੜ, ਕਾਜੀਕੋਟ ਅਤੇ ਹੋਰ ਨਗਰਾਂ ਵਿੱਚ ਦੌਰਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਜੀਵਾਂ ਨੂੰ ਸਤਿਗੁਰੂ ਕਲਗੀਆਂ ਵਾਲੇ ਦੇ ਚਰਨ ਕਮਲਾਂ ਨਾਲ ਜੋੜਿਆ। ਹੁਣ ਸੰਤ ਜੀ ਮਹਾਰਾਜ ਨੇ ਤਰਨ ਤਾਰਨ ਹੀ ਆਸਣ ਜਮਾ ਲਿਆ ਅਤੇ ਰੋਜ਼ ਸਤਸੰਗ ਦਾ ਅਵਸਰ ਬਖਸ਼ ਕੇ ਤੇ ਅੰਮ੍ਰਿਤਪਾਨ ਕਰਾ ਕੇ ਨਾਮ ਦਾ ਅਕਹਿ ਰੰਗ ਚਾੜਿਆ। ਸੰਤ ਭਾਈ ਗੁਲਾਬ ਸਿੰਘ ਜੀ, ਇਹਨਾਂ ਦਾ ਉੱਚਾ ਬੁੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਬੁੰਗੇ ਦੇ ਪਾਸ ਹੈ। ਇੱਕ ਮਹਾਤਮਾ ਦੀ ਸੇਵਾ ਕਰਦੇ ਅਤੇ ਬੇਨਤੀ ਕਰਦੇ ਕਿ ਕਿਰਪਾ ਕਰਕੇ ਨਾਮ ਸਿਮਰਨ ਦੀ ਜੁਗਤ ਦੱਸੋ। ਉਹ ਫਰਮਾਉਂਦੇ ਕਿ ਜਿਸ ਮਹਾਂਪੁਰਖ ਨੇ ਤੁਹਾਡੇ ਉੱਪਰ ਕਿਰਪਾ ਕਰਨੀ ਹੈ, ਉਹ ਕਲਯੁਗ ਵਿੱਚ ਸੰਤ ਅਵਤਾਰ ਹੋ ਕੇ ਵਿਚਰਦੇ ਹਨ। ਮੈਂ ਸਮਾਂ ਆਉਣ 'ਤੇ ਤੁਹਾਨੂੰ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਕਰਾਂਗਾ, ਪਰ ਅਜੇ 4 ਮਹੀਨੇ ਬਾਕੀ ਹਨ। ਉੱਥੇ ਆਪਣਾ ਦੋਹਾਂ ਦਾ ਹੀ ਭਲਾ ਹੋ ਜਾਏਗਾ। ਇਹ ਸੁਣ ਕੇ ਗੁਲਾਬ ਸਿੰਘ ਜੀ ਦੇ ਹਿਰਦੇ ਵਿੱਚ ਵੈਰਾਗਮਈ ਸੋਮਾ ਫੁੱਟ ਨਿਕਲਿਆ ਅਤੇ ਰਾਤ ਦਿਨ ਦਰਸ਼ਨ ਵਾਸਤੇ ਤੜਫਣ ਲੱਗੇ। ਇਸੇ ਸਿੱਕ ਵਿੱਚ 4 ਮਹੀਨੇ ਗੁਜ਼ਰ ਗਏ ਕਿ ਅਚਨਚੇਤ ਹੀ ਸੰਗਤ ਪਾਸੋਂ ਖਬਰ ਮਿਲੀ ਕਿ ਭੂਰੀ ਵਾਲੇ ਸੰਤ ਤਰਨ ਤਾਰਨ ਆਏ ਹਨ। ਇਹ ਸੁਣ ਕੇ ਹੀ ਗੁਲਾਬ ਸਿੰਘ ਜੀ 2 ਪ੍ਰੇਮੀ ਨਾਲ ਲੈ ਕੇ ਤਰਨ ਤਾਰਨ ਸਾਹਿਬ ਪੁੱਜੇ। ਅੱਗੇ ਮਾਈ ਰਾਮ ਕੌਰ ਦੇ ਬੁੰਗੇ ਸੰਤ ਜੀ ਮਹਾਰਾਜ ਅੰਮ੍ਰਿਤਪਾਨ ਕਰਾ ਰਹੇ ਸਨ। ਸੰਤ ਜੀ ਮਹਾਰਾਜ ਅੰਮ੍ਰਿਤਪਾਨ ਕਰਾਈ ਗਏ। ਅੰਮ੍ਰਿਤਪਾਨ ਕਰਨ ਵਾਲਿਆਂ ਵਿੱਚੋਂ ਇੱਕ ਪ੍ਰੇਮੀ ਨੇ ਆਖਿਆ, ਮਹਾਰਾਜ, ਮੈਂ ਕਾਲੇ ਰੋਮਾਂ ਦੀ ਬੇਅਦਬੀ ਕੀਤੀ ਹੈ। ਮੇਰਾ ਮਨ ਸ਼ਾਂਤ ਨਹੀਂ ਹੁੰਦਾ। ਸੰਤ ਜੀ ਦੇ ਨੇਤਰ ਬੰਦ ਹੋ ਗਏ ਅਤੇ ਜਲ ਦੀ ਧਾਰ ਵਹਿ ਉੱਠੀ। ਜਾਣੋ ਆਪ ਜੀ ਨੂੰ ਕੋਈ ਭਾਰੀ ਸੱਟ ਵੱਜੀ ਹੈ। ਕੋਈ 15 ਮਿੰਟ ਇਸੇ ਤਰ੍ਹਾਂ ਗੁਜ਼ਰੇ। ਹੁਣ ਹਜ਼ੂਰ ਨੇ ਨੇਤਰ ਖੋਲ੍ਹੇ ਤੇ ਥਿੜਕਦੀ ਜ਼ਬਾਨ ਨਾਲ ਆਖਿਆ, ਸਿੱਖਾ, ਕਦੀ ਭਾਈ ਗੁਰਦਾਸ ਦੀ ਬਾਣੀ ਨਹੀਂ ਪੜ੍ਹੀ ਸੁਣੀ? ਭਾਈ ਜੀ ਨੇ ਉੱਚੀ ਪੁਕਾਰ ਕੇ ਕਿਹਾ ਹੈ, ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਮੰਡ ਕਰੋੜ ਪਸਾਰਾ। ਤੂੰ ਰੋਮ ਨਹੀਂ ਕਟਾਏ, ਸਤਿਗੁਰ ਦੇ ਸਰੀਰ ਨੂੰ ਛੇਦਨ ਕੀਤਾ ਹੈ। ਲੈ ਭਾਈ, ਸ਼ਾਂਤੀ ਆਵੇ ਵੀ ਕਿਵੇਂ? ਹੁਣ ਦ੍ਰਿੜ ਕਰ ਲੈ ਕਿ ਫਿਰ ਸਰੀਰ ਦੇ ਤੋਂ ਰੋਮ ਛੇਦਨ ਨਹੀਂ ਕਰਨੇ। ਜਟਾ ਜੂਠ ਹੀ ਰਹਿਣਾ ਹੈ ਅਤੇ ਕੋਈ ਹੋਰ ਕੁਰੈਤ ਨਹੀਂ ਕਰਨੀ। ਜਿਹੜੇ ਪ੍ਰੇਮੀ ਕੁਰੈਤਾਂ ਤੋਂ ਰਹਿਤ ਹੋ ਕਲਗੀਆਂ ਵਾਲੇ ਦੇ ਚਰਨਾਂ ਨਾਲ ਪ੍ਰੇਮ ਕਰਦੇ ਹਨ, ਉਹਨਾਂ ਨੂੰ ਥੋੜ੍ਹੇ ਚਿਰ ਵਿੱਚ ਸਿਮਰਨ ਦੀ ਰੋਹ ਚੱਲਦੀ ਹੈ ਤੇ ਉਹ ਆਤਮਕ ਆਨੰਦ ਮਾਣਦੇ ਹਨ। ਤਰਨ ਤਾਰਨ ਦੇ ਇਸ ਦੌਰੇ ਵਿੱਚ ਭਾਈ ਭਾਗ ਸਿੰਘ, ਹੀਰਾ ਸਿੰਘ ਦਾ ਮੇਲ ਹੋਇਆ। ਭਾਈ ਭਾਗ ਸਿੰਘ ਜੀ ਦਾ ਦਰਸ਼ਨ ਕਰਕੇ ਚਲੇ ਗਏ, ਪਰ ਭਾਈ ਹੀਰਾ ਸਿੰਘ ਜੀ ਦਾ ਆਪ ਨਾਲ ਅਤੀ ਸਨੇਹ ਹੋ ਗਿਆ ਅਤੇ ਕਈ ਸਾਲ ਸੰਤਾਂ ਨਾਲ ਹੀ ਗੁਜ਼ਾਰਨ ਲੱਗੇ। ਜਿਸ ਵੇਲੇ ਸੰਤ ਜੀ ਪਿਛਲੀ ਵਾਰੀ ਡੇਰਾ ਖਾਲਸਾ ਤੋਂ ਤੁਰਨ ਲੱਗੇ ਸਨ, ਤਦ ਮਾਈ ਭਾਗਵੰਤੀ ਨੇ ਪੁੱਛਿਆ ਸੀ, ਮਹਾਰਾਜ ਫਿਰ ਦਰਸ਼ਨ ਕਦ? ਫਰਮਾਇਆ ਨੇ, ਜਦ ਸਾਡੀਆਂ ਗੁਫਾਵਾਂ ਤਿਆਰ ਹੋ ਜਾਣ ਤਦ ਆਵਾਂਗੇ। ਇਹ ਬਚਨ ਕਰਕੇ ਸੰਤ ਜੀ ਤਾਂ ਹੁਕਮੀ ਦੇ ਹੁਕਮ ਤੇ ਪਿਆਰੇ ਦੀ ਅਗੰਮੀ ਕਾਰ ਵਿੱਚ ਤਾਂ ਜਾ ਲੱਗੇ, ਪਰ ਮਾਈ ਨੂੰ ਉਹ ਬਚਨ ਹਰ ਵਕਤ ਯਾਦ ਸਨ। ਇਸ ਕਰਕੇ ਸਰਦਾਰ ਕਰਭਾਰਾ ਸਿੰਘ ਅਤੇ ਸੰਤ ਜੀ ਦੇ ਹੋਰ ਚਰਨ ਕਮਲਾਂ ਭੋਰੇ ਗੁਫਾ ਵੱਲ ਜੁਟੇ। ਪਿਆਰ ਦੇ ਸਿੱਕ ਵਾਲੀ ਵਸਤੂ ਬਣਨ 'ਤੇ ਚਿਰ ਨਹੀਂ ਲੱਗਦਾ ਤੇ ਨਾ ਹੀ ਦੁੱਖ ਪਾਸਦਾ ਹੈ। ਸੋ ਛੇਤੀ ਹੀ ਗੁਫਾਵਾਂ ਤਿਆਰ ਹੋ ਗਈਆਂ। ਹੁਣ ਸਾਵਣ ਦਾ ਮਹੀਨਾ ਆ ਗਿਆ। ਕੁਦਰਤ ਕਾਦਰ ਨੇ ਪਲਟਾ ਖਾਧਾ। ਵਾਹਿਗੁਰੂ ਦੀ ਕੁਦਰਤ ਅਸਚਰਜ ਰੰਗਾਂ ਵਿੱਚ ਆਪ ਨੂੰ ਪਲਟਾ ਬੈਠੀ। ਕਿਧਰੇ ਕਾਲੀਆਂ ਘਟਾਂ ਚੜ੍ਹਦੀਆਂ ਹਨ ਤੇ ਮੌਜ ਭਰੀ ਢੀਲ ਡੋਲ ਨਾਲ ਮੁਟਿਆਰਾਂ ਜਨਾਨੀਆਂ ਦੇ ਟੋਲੇ ਵੱਧ ਝੂਮਦੀਆਂ ਹੋਈਆਂ ਚੜ੍ਹਾਈ ਕਰਦੀਆਂ ਹਨ। ਕਿਧਰੇ ਸੂਰਜ ਨਜ਼ਰ ਆਇਆ ਤੇ ਉਧਰ ਬੱਦਲਾਂ ਦਾ ਘੇਰਾ ਪੈ ਗਿਆ। ਕਿਧਰੇ ਮੋਰ ਪਹਿਲਾਂ ਪਾਉਂਦੇ ਹਨ, ਕਿਤੇ ਪੰਜਾਬ ਦੀਆਂ ਕੁੜੀਆਂ ਪੀਂਘਾਂ ਝੂਟਦੀਆਂ ਹਨ।
ਜਿਸ ਤਰ੍ਹਾਂ ਸਾਉਣ ਵਿੱਚ ਪਤੀ ਬ੍ਰਤ ਇਸਤਰੀ ਨੂੰ ਪਤੀ ਮਿਲਾਪ ਦਾ ਸ਼ੌਂਕ ਹੁੰਦਾ ਹੈ, ਇਸੇ ਤਰ੍ਹਾਂ ਮਾਈ ਭਾਗਵੰਤੀ ਤੇ ਹੋਰ ਪ੍ਰੇਮੀਆਂ ਨੂੰ ਮੋਰਵਤ ਬੱਦਲ ਰੂਪ ਸੰਤ ਜੋ ਅੰਮ੍ਰਿਤ ਵਰਖਾ ਕਰਕੇ ਤਪਤ ਹਿਰਦਿਆਂ ਨੂੰ ਠਾਰਦੇ ਹਨ ਦੇ ਦਰਸ਼ਨ ਦਾ ਚਾਉ ਉਮੜਿਆ। ਉੱਠੇ ਤੇ ਟੁਰੇ। ਮਾਈ ਰਾਮ ਕੌਰ ਦੇ ਬੁੰਗੇ ਤਰਨਤਾਰਨ ਪੁੱਜੇ ਅਤੇ ਬਬੀਹੇ ਵੱਤ ਰੱਜ ਦਰਸ ਅੰਮ੍ਰਿਤ ਪਾਨ ਕੀਤਾ ਤੇ ਡੇਰਾ ਖਾਲਸਾ ਲਈ ਬੇਨਤੀ ਕੀਤੀ। ਜਵਾਬ ਮਿਲਿਆ, ਨਹੀਂ ਜਾ ਸਕਦੇ, ਕਿਉਂਕਿ ਨਾਮ ਬਾਣੀ ਦੇ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਹੈ, ਛੱਡਣਾ ਠੀਕ ਨਹੀਂ ਪਾਸਤਾ। ਮਾਈ ਭਾਗਵੰਤੀ ਸੁਣ ਕੇ ਨਾ ਬੋਲੀ, ਪਰ ਚਿੱਤ ਡੋਲ ਗਿਆ, ਜਾਨੋ ਦਰਿਆ ਦਾ ਬੰਨ੍ਹ ਟੁੱਟ ਗਿਆ ਤੇ ਦੂਜੇ ਪਾਸੇ ਹੋ ਟੁਰਿਆ। ਮਾਈ ਨੇ ਅੰਨ ਜਲ ਛਕੇ ਬਿਨਾਂ ਹੀ ਕਈ ਦਿਨ ਗੁਜ਼ਾਰ ਦਿੱਤੇ ਤੇ 6ਵੇਂ ਦਿਨ ਜਾਣ ਦੀ ਤਿਆਰੀ ਕੀਤੀ। ਟੁਰਨ ਤੋਂ ਪਹਿਲਾਂ ਮਾਈ ਨੇ ਸੰਤਾਂ ਦੇ ਪੱਖੇ ਦੀ ਡੋਰੀ ਸੇਵਾਦਾਰ ਤੋਂ ਲਈ। ਅਜੇ 10 ਮਿੰਟ ਹੋਏ ਹੋਣਗੇ ਜੋ ਸੰਤ ਜੀ ਪਲੰਘ ਤੇ ਬੈਠ ਗਏ ਤੇ ਬਾਰੀ ਖੋਲ੍ਹ ਦਿੱਤੀ ਤੇ ਬੂਹਾ ਵੀ ਖੋਲ੍ਹ ਦਿੱਤਾ। ਮਾਈ ਭਾਗਵੰਤੀ ਅਤੇ ਭਾਈ ਕਰਬਾਰਾ ਸਿੰਘ ਜੀ ਨੂੰ ਅੰਦਰ ਬੁਲਾਇਆ। ਬਾਰੀ ਵਿੱਚ ਇੱਕ ਸੁੰਦਰ ਗੁਟਕਾ ਪਿਆ ਸੀ। ਸੰਤ ਜੀ ਨੇ ਅਦਬ ਨਾਲ ਗੁਟਕਾ ਖੋਲ੍ਹਿਆ ਤੇ ਵਾਕ ਲਿਆ। ਇਹ ਸ਼ਬਦ ਪੜ੍ਹਦੇ ਸਾਰ ਹੀ ਸੰਤ ਜੀ ਮਹਾਰਾਜ ਚਾਦਰ ਲੈ ਕੇ ਟੁਰ ਪਏ। ਪੌੜੀ ਤੋਂ ਉਤਰਦਿਆਂ ਹੋਇਆਂ ਮਾਈ ਰਾਮ ਕੌਰ ਦੀ ਨਨਾਣ ਨੂੰ ਆਖਿਆ, ਅਸੀਂ ਪੋਠੋਹਾਰ ਚੱਲੇ ਹਾਂ, ਰੌਲਾ ਨਹੀਂ ਪਾਣਾ। ਸੰਤ ਜੀ ਮਹਾਰਾਜ ਮਾਈ ਰਾਮ ਕੌਰ ਜੀ ਦੇ ਬੁੰਗੇ ਤੋਂ ਨਿਕਲਦੇ ਹੀ ਸਿੱਧੇ ਟਾਂਗਿਆਂ ਦੇ ਅੱਡੇ ਤੇ ਪਹੁੰਚੇ ਅਤੇ ਸਰਦਾਰ ਕਰਬਾਰਾ ਸਿੰਘ ਜੀ ਨਾਲ ਅੰਮ੍ਰਿਤ ਸਾਹਿਬ ਨੂੰ ਟੁਰ ਪਏ। ਜਾਂਦੀ ਵਾਰ ਮਾਈ ਭਾਗਵੰਤੀ ਨੂੰ ਆਖਿਆ ਕਿ ਜਥੇ ਦੇ ਸਿਰਫ 4 ਆਦਮੀ ਨਾਲ ਲਿਆਉਣੇ। ਇਸ ਵਕਤ ਜਥੇ ਵਿੱਚ 25 ਆਦਮੀ ਸਨ। ਮਾਈ ਅੱਠਾਂ ਨੂੰ ਲੈ ਕੇ ਸੰਤ ਜੀ ਮਹਾਰਾਜ ਦੇ ਪਿੱਛੇ ਟੁਰ ਪਈ। ਤਰਨਤਾਰਨ ਸਾਹਿਬ ਦੇ ਇੱਕ ਪੁਜਾਰੀ ਨੇ ਸੰਤ ਜੀ ਮਹਾਰਾਜ ਦਾ ਪ੍ਰਸ਼ਾਦ ਆਖਿਆ ਹੋਇਆ ਸੀ। ਜਦ ਉਸ ਨੂੰ ਇਹ ਖਬਰ ਲੱਗੀ ਕਿ ਸੰਤ ਜੀ ਮਹਾਰਾਜ ਨੇ ਪੋਠੋਹਾਰ ਦੀ ਤਿਆਰੀ ਕਰ ਲਈ ਹੈ ਅਤੇ ਇੱਕ ਪ੍ਰੇਮੀ ਨਾਲ ਅੰਮ੍ਰਿਤ ਸਾਹਿਬ ਵੱਲ ਟੁਰ ਗਏ ਹਨ, ਤਦ ਉਹ ਟਾਂਗਾ ਲੈ ਕੇ ਸੰਤ ਜੀ ਮਹਾਰਾਜ ਦੇ ਮਗਰ ਆਇਆ। ਇਸ ਨੂੰ ਦੇਖ ਕੇ ਸੰਤ ਜੀ ਮਹਾਰਾਜ ਨੇ ਆਪਣਾ ਟਾਂਗਾ ਖੜਾ ਕਰ ਲਿਆ। ਪੁਜਾਰੀ ਨੇ ਉੱਤਰ ਕੇ ਸੰਤ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਪ੍ਰਸ਼ਾਦ ਛਕ ਕੇ ਕੱਲ੍ਹ ਸਵੇਰੇ ਚਲੇ ਜਾਣਾ। ਸੰਤ ਜੀ ਮਹਾਰਾਜ ਨੇ ਬੜੀ ਧੀਰਜ ਦਿੱਤੀ ਅਤੇ ਆਖਿਆ ਕਿ ਫਿਰ ਅੰਜਲ ਹੋਇਆ ਤਦ ਪ੍ਰਸ਼ਾਦਾ ਆ ਕੇ ਛਕਾਂਗੇ। ਜੇ ਤੁਸੀਂ ਸਾਨੂੰ ਤਰਨਤਾਰਨ ਸਾਹਿਬ ਦੀ ਜੂਹ ਵਿੱਚ ਫੜ ਲੈਂਦੇ ਤਦ ਅਸੀਂ ਮੁੜ ਪੈਂਦੇ। ਹੁਣ ਅੰਮ੍ਰਿਤਸਰ ਦੀ ਜੂਹ ਆ ਗਈ ਹੈ, ਪ੍ਰੇਮੀ ਜਿੱਤ ਗਏ ਹਨ, ਹੁਕਮ ਅਗਾਂਹ ਹੀ ਜਾਣਦਾ ਹੈ। ਪੁਜਾਰੀ ਨੇ ਸੰਤ ਜੀ ਦਾ ਬਚਨ ਮੰਨ ਲਿਆ ਅਤੇ ਵਾਪਸ ਮੁੜ ਆਇਆ। ਸੰਤ ਜੀ ਸਿੱਧੇ ਅੰਮ੍ਰਿਤ ਸਾਹਿਬ ਦੇ ਸਟੇਸ਼ਨ ਤੇ ਅੱਪੜੇ। ਇੱਥੇ ਪੰਡਤਾਣੀ ਧਨ ਦੇਵੀ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਆਈ। ਇਸ ਨੇ ਸਰਦਾਰ ਸੁੰਦਰ ਸਿੰਘ ਮਜੀਠੀਏ ਅਤੇ ਹੋਰ ਪ੍ਰੇਮੀਆਂ ਨੂੰ ਖਬਰ ਕਰ ਦਿੱਤੀ ਕਿ ਸੰਤ ਜੀ ਪੋਠੋਹਾਰ ਨੂੰ ਟੁਰ ਚੱਲੇ ਹਨ। ਖਬਰ ਸੁਣਦੇ ਸਾਰ ਹੀ ਸਰਦਾਰ ਸੁੰਦਰ ਸਿੰਘ ਆਪਣੀ ਫਿਟਨ ਲੈ ਕੇ ਸਟੇਸ਼ਨ ਤੇ ਆ ਗਏ ਅਤੇ ਸੰਤ ਜੀ ਮਹਾਰਾਜ ਨੂੰ ਬਿਠਾ ਕੇ ਸ੍ਰੀ ਦਰਬਾਰ ਸਾਹਿਬ ਲੈ ਗਏ। ਕੜਾਹ ਪ੍ਰਸ਼ਾਦ ਕਰਵਾਇਆ ਅਤੇ ਫਿਰ ਆਪਣੀ ਕੋਠੀ ਲਿਜਾ ਕੇ 5 ਸ਼ਬਦ ਪੜ੍ਹਾਏ। ਸ਼ਬਦ ਕੀਰਤਨ ਮਗਰੋਂ ਪ੍ਰੇਮੀਆਂ ਨੇ ਅਰਜ਼ ਕੀਤੀ, ਮਹਾਰਾਜ ਹੁਣ ਤੇ ਗੱਡੀ ਲੰਘ ਗਈ ਹੋਵੇਗੀ, ਆਪ ਇੱਥੇ ਹੀ ਬਿਰਾਜੋ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਸਾਨੂੰ ਇੱਕ ਵਾਰੀ ਸਟੇਸ਼ਨ ਤੇ ਲੈ ਚੱਲੋ, ਫਿਰ ਜੋ ਕਰਤਾਰ ਦਾ ਹੁਕਮ ਹੋਵੇਗਾ ਆਪ ਹੀ ਵਰਤ ਜਾਵੇਗਾ। ਤਦ ਸੰਤ ਜੀ ਸਟੇਸ਼ਨ ਤੇ ਪਹੁੰਚੇ ਤਦ ਪਤਾ ਲੱਗਾ ਕਿ ਗੱਡੀ 2 ਘੰਟੇ ਲੇਟ ਹੈ। ਆਉਂਦਿਆਂ ਹੀ ਸਰਦਾਰ ਕਰਬਾਰਾ ਸਿੰਘ ਜੀ ਨੇ ਮਾਣਕੇ ਵਾਲੇ ਦੀਆਂ ਟਿਕਟਾਂ ਖਰੀਦ ਲਈਆਂ ਅਤੇ ਸੰਤ ਜੀ ਮਹਾਰਾਜ ਸੰਗਤ ਸਮੇਤ ਪਲੇਟਫਾਰਮ ਤੇ ਆ ਗਏ। ਅਜੇ ਅੰਦਰ ਅੱਪੜੇ ਹੀ ਸਨ ਕਿ ਗੱਡੀ ਆ ਗਈ, ਮਾਨੋ ਕਿ ਗੱਡੀ ਸੰਤ ਜੀ ਮਹਾਰਾਜ ਲਈ ਹੀ ਪਛੜੀ ਸੀ। ਸਾਰੀ ਸੰਗਤ ਗੱਡੀ ਤੇ ਚੜ੍ਹ ਗਈ ਅਤੇ ਦੂਸਰੇ ਦਿਨ ਅੰਮ੍ਰਿਤ ਵੇਲੇ ਮਾਣਕੇ ਵਾਲੇ ਆ ਪਹੁੰਚੀ। ਸੰਤ ਜੀ ਸਟੇਸ਼ਨ ਤੇ ਠਹਿਰੇ ਅਤੇ ਸਰਦਾਰ ਕਰਬਾਰਾ ਸਿੰਘ ਜੀ ਤੇ ਮਾਈ ਭਾਗਵੰਤੀ ਡੇਰੇ ਖਾਲਸੇ ਸਾਧ ਸੰਗਤ ਨੂੰ ਖਬਰ ਕਰਨ ਲਈ ਗਏ। ਥੋੜੇ ਚਿਰ ਮਗਰੋਂ ਸਾਧ ਸੰਗਤ ਢੋਲਕੀ ਛੈਣੇ ਲੈ ਆਈ ਅਤੇ ਬੜੇ ਪ੍ਰੇਮ ਨਾਲ ਸੰਤ ਜੀ ਮਹਾਰਾਜ ਨੂੰ ਡੇਰੇ ਖਾਲਸੇ ਲੈ ਗਈ। ਪਹਿਲਾਂ ਨਗਰ ਦੇ ਗੁਰਦੁਆਰੇ ਵਿੱਚ ਦੀਵਾਨ ਲੱਗਾ, ਫਿਰ ਸੰਤ ਜੀ ਮਹਾਰਾਜ ਦਾ ਆਸਨ ਕੱਸ ਦੀ ਗੁਫਾ ਵਿੱਚ ਕਰਾਇਆ, ਜਿੱਥੇ ਕਿ ਸੰਤ ਜੀ ਪਹਿਲੀ ਵਾਰੀ ਡੇਰੇ ਖਾਲਸੇ ਦੀ ਜੂਹ ਵਿੱਚ ਆ ਕੇ ਬੈਠੇ ਸਨ। ਕਰਤਾਰ ਨੇ ਇਸ ਧਰਤੀ ਨੂੰ ਭਾਗ ਲਾਇਆ। ਕੁਦਰਤ ਨੇ ਤਾਂ ਅੱਗੇ ਹੀ ਇਸ ਸਥਾਨ ਨੂੰ ਇੱਕ ਖਾਸ ਰੰਗਣ ਵਿੱਚ ਰੰਗਿਆ ਹੋਇਆ ਸੀ। ਇੱਕ ਪਾਸੇ ਨਿਰਮਲ ਜਲ ਦਾ ਕੱਸ ਵਗ ਰਿਹਾ ਸੀ, ਜਿਸ ਦੇ ਕੰਢੇ ਤੇ ਇੱਕ ਸੁੰਦਰ ਬਾਗ ਸੀ। ਦੂਸਰੇ ਪਾਸੇ ਭੁਲਾਈਆਂ ਦੇ ਸੋਹਣੇ ਝੁੰਡ ਸਨ। ਪੰਛੀ ਹਰ ਰੋਜ਼ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਵਕਤ ਆਪਣੇ ਸੁਹਾਵਣੇ ਰਾਗ ਨਾਲ ਕਾਦਰ ਦੀ ਕੁਦਰਤ ਨੂੰ ਸੁਹਾਵਣਾ ਬਣਾਉਂਦੇ। ਹੁਣ ਇੱਥੇ ਦੋਵੇਂ ਵਕਤ ਧੁਰ ਦੀ ਬਾਣੀ, ਆਸਾ ਦੀ ਵਾਰ ਅਤੇ ਸੋਦਰ ਦਾ ਅਰਸ਼ੀ ਕੀਰਤਨ ਹੋਣ ਲੱਗ ਪਿਆ ਅਤੇ ਇਹ ਅਸਥਾਨ ਸਵਰਗ ਤੋਂ ਬੈਕੁੰਠ ਧਾਮ ਬਣ ਗਿਆ। ਸੰਤ ਜੀ ਮਹਾਰਾਜ ਦੇ ਡੇਰੇ ਖਾਲਸੇ ਆਉਣ ਦੀ ਸੋ ਸਾਰੇ ਪੋਠੋਹਾਰ ਵਿੱਚ ਫੈਲ ਗਈ। ਕੱਲਰ, ਘਨੋਹਾ, ਗੁਜਰਖਾਨ, ਸਾਗਰੀ, ਰਵਾਤ, ਰਾਵਲਪਿੰਡੀ ਅਤੇ ਹੋਰ ਛੋਟੇ ਵੱਡੇ ਨਗਰਾਂ ਤੋਂ ਗੁਰੂ ਦੀਆਂ ਸੰਗਤਾਂ ਆਉਣ ਲੱਗ ਪਈਆਂ
ਅਤੇ ਨਿਤਨੇਮ ਦੇ ਦੀਵਾਨਾਂ ਨਾਲ ਹੁਣ ਹਰ ਰੋਜ਼ ਅੰਮ੍ਰਿਤ ਪ੍ਰਚਾਰ ਵੀ ਸ਼ੁਰੂ ਹੋ ਗਿਆ। ਭਾਈ ਸੋਹਣ ਸਿੰਘ ਜੀ ਰਾਹੀ, ਭਾਈ ਤੇਜਾ ਸਿੰਘ ਜੀ ਮੈਗਨ, ਭਾਈ ਜਗਤ ਸਿੰਘ ਜੀ ਪਰਦੇਸੀ ਅਤੇ ਚੌਧਰੀ ਕਰਤਾਰ ਸਿੰਘ ਜੀ ਇਕੱਠੇ ਕੱਲਰ ਤੋਂ ਸੰਤ ਜੀ ਮਹਾਰਾਜ ਦਾ ਦਰਸ਼ਨ ਕਰਨ ਲਈ ਤੁਰੇ। ਰਸਤੇ ਵਿੱਚ ਅਜੇ ਡੇਰੇ ਖਾਲਸੇ ਦੇ ਅੱਧ ਵਿੱਚ ਅੱਪੜੇ ਹੋਣਗੇ ਕਿ ਮਨ ਵਿੱਚ ਪ੍ਰੀਖਿਆ ਦਾ ਸੰਕਲਪ ਪੈਦਾ ਹੋਇਆ। ਸਭ ਨੇ ਮਿੱਥ ਕੇ ਸਲਾਹ ਧਾਰੀ ਕਿ ਜੇਕਰ ਸੰਤ ਸਾਡੇ ਮਨ ਦਾ ਸੰਕਲਪ ਬੁੱਝ ਲੈਣ ਤਾਂ ਅਸੀਂ ਸੰਤ ਜਾਣੀਏ ਅਤੇ ਫਿਰ ਉਹਨਾਂ ਪਾਸੋਂ ਅੰਮ੍ਰਿਤ ਛਕੀਏ। ਜਦ ਇਹ ਡੇਰੇ ਖਾਲਸੇ ਗੁਫਾ ਵਿੱਚ ਪਹੁੰਚੇ ਤਦ ਸੰਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਾਹਮਣੇ ਬੈਠ ਗਏ। ਸੰਤ ਜੀ ਨੇ ਹੱਸ ਕੇ ਪੁੱਛਿਆ ਕਿ ਭਾਈ, ਰਸਤੇ ਵਿੱਚ ਤੁਸੀਂ ਕੀ ਸਲਾਹ ਕਰਦੇ ਆਉਂਦੇ ਸੀ? ਅਸੀਂ ਤਾਂ ਕੋਈ ਮਹਾਂਪੁਰਸ਼ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦੇ ਗੋਲੇ ਹਾਂ। ਸਤਿਗੁਰੂ ਸਮਰੱਥ ਹਨ, ਮੰਨਦੀਆਂ ਤਾਂ ਉਹੀ ਬੁੱਝ ਸਕਦੇ ਹਨ, ਪਰ ਆਪਣੇ ਕੁਕਰਾਂ ਨੂੰ ਵੀ ਮਿਹਰ ਕਰਕੇ ਤਾਰ ਦਾ ਮੇਲ ਬਖਸ਼ਦੇ ਹਨ। ਇਹ ਆਖ ਕੇ ਇਹਨਾਂ ਨੇ ਜੋ ਸੰਕਲਪ ਕੀਤਾ ਸੀ ਉਸ ਦਾ ਯੁਕਤੀਪੂਰਵਕ ਇਸ਼ਾਰਾ ਕਰ ਦਿੱਤਾ। ਇਹਨਾਂ ਦੀ ਨਿਸ਼ਾ ਹੋ ਗਈ, ਚਰਨੀ ਲੱਗੇ ਅਤੇ ਦੂਜੇ ਦਿਨ ਹੀ ਅੰਮ੍ਰਿਤ ਪਾਨ ਕੀਤਾ। ਭਾਈ ਸੋਹਣ ਸਿੰਘ ਜੀ ਰਾਹੀ ਦਾ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਹਰ ਵਕਤ ਮਹਾਰਾਜ ਜੀ ਦੇ ਪਲੰਗ ਨਾਲ ਸੀਸ ਜੋੜ ਕੇ ਬੈਠੇ ਰਹਿੰਦੇ ਅਤੇ ਜਦ ਮਹਾਰਾਜ ਜੀ ਬਾਹਰ ਜਾਂਦੇ ਤਦ ਗੜਵਾ ਫੜ ਨਾਲ ਸੇਵਾ ਵਿੱਚ ਹੋ ਟੁਰਦੇ। ਇਸ ਸਮੇਂ ਸੰਤ ਜੀ ਮਹਾਰਾਜ ਦੇ ਪਾਸ ਕੋਈ 50-60 ਸਾਧੂ ਇਕੱਠੇ ਹੋ ਗਏ ਜੋ ਕਿ ਕਈ ਰੰਗਾਂ ਦੇ ਸੱਜਣ ਸਨ। ਇੱਕ ਦਿਨ ਭਾਈ ਸੋਹਣ ਸਿੰਘ ਰਾਹੀ ਨੇ ਅਰਜ਼ ਕੀਤੀ ਕਿ ਮਹਾਰਾਜ, ਹਜੂਰ ਨੇ ਇੰਨੇ ਸਾਧੂ ਕਿਉਂ ਇਕੱਤਰ ਕਰ ਲਏ ਹਨ? ਮਹਾਰਾਜ ਨੇ ਬੜੇ ਪ੍ਰੇਮ ਨਾਲ ਜਵਾਬ ਦਿੱਤਾ ਕਿ ਸੋਹਣ ਸਿੰਘ ਜੀ, ਇਹ ਸਾਡੀ ਵਾੜ ਹਨ। ਮਾਸਟਰ ਤਾਰਾ ਸਿੰਘ ਜੀ ਵੀ ਸੰਤ ਜੀ ਮਹਾਰਾਜ ਨੂੰ ਡੇਰੇ ਖਾਲਸੇ ਹੀ ਮਿਲੇ। ਉਹਨਾਂ ਦੇ ਮਿਲਾਪ ਸੰਤ ਜੀ ਮਹਾਰਾਜ ਦੀ ਉਸ ਵਕਤ ਦੀ ਸਰੀਰਕ, ਆਤਮਿਕ ਅਤੇ ਰਾਜਸੀ ਅਵਸਥਾ ਦਾ ਨਕਸ਼ਾ ਉਹਨਾਂ ਦੇ ਆਪਣੇ ਅੱਖਰਾਂ ਵਿੱਚ ਇੱਦਾਂ ਸੀ। ਉਹਨਾਂ ਦਿਨਾਂ ਵਿੱਚ ਸੰਤ ਜੀ ਬੜੇ ਸੋਹਣੇ ਸਡੋਲ ਜਵਾਨ ਸਨ। ਉਹਨਾਂ ਦੀ ਉਮਰ ਕੋਈ 30 ਸਾਲ ਦੇ ਲਗਭਗ ਹੋਵੇਗੀ। ਗੋਰਾ ਰੰਗ ਸੀ ਅਤੇ ਚਿਹਰੇ 'ਤੇ ਲਾਲੀ ਭਖਦੀ ਸੀ ਤੇ ਕੱਦ 6 ਫੁੱਟ ਸੀ। ਆਪ ਬੜੀ ਸੋਹਣੀ ਸੁਰੀਲੀ ਆਵਾਜ਼ ਅਤੇ ਉੱਚੀ ਸੁਰ ਵਿੱਚ ਸ਼ਬਦ ਪੜ੍ਹਿਆ ਕਰਦੇ ਸਨ। ਜਦ ਮੈਂ ਪਹਿਲੀ ਵਾਰ ਆਪ ਦੇ ਦਰਸ਼ਨ ਕੀਤੇ, ਮੈਂ ਰਾਵਲਪਿੰਡੀ ਪੜ੍ਹਦਾ ਸਾਂ ਅਤੇ ਛੁੱਟੀਆਂ ਕਰਕੇ ਪਿੰਡ ਆਇਆ ਹੋਇਆ ਸਾਂ। ਉੱਥੋਂ ਅਸੀਂ 10-12 ਮੁੰਡੇ ਰਲ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਨੂੰ ਡੇਰੇ ਖਾਲਸੇ ਆਏ। ਸਾਡੇ ਵਿੱਚ ਕੁਝ ਕੇਸਧਾਰੀ ਸਨ ਅਤੇ ਕੁਝ ਸਹਿਜਧਾਰੀ। ਮੈਂ ਵੀ ਸਹਿਜਧਾਰੀ ਸਾਂ। ਡੇਰਾ ਖਾਲਸਾ ਪੁੱਜਦੇ ਹੀ ਸੰਤ ਜੀ ਦੇ ਦਰਸ਼ਨ ਕਰਨ ਮਗਰੋਂ ਸਾਡੀ ਸਭ ਦੀ ਸਲਾਹ ਅੰਮ੍ਰਿਤ ਛਕਣ ਦੀ ਬਣ ਗਈ। ਭਾਵੇਂ ਉਸ ਤੋਂ ਪਹਿਲਾਂ ਮੇਰੇ ਖਿਆਲ ਪੱਕੇ ਸਿੱਖੀ ਦੇ ਸਨ, ਪਰ ਡੇਰਾ ਖਾਲਸਾ ਜਾਣ ਵੇਲੇ ਅੰਮ੍ਰਿਤ ਛਕਣ ਦੀ ਮੇਰੀ ਕੋਈ ਸਲਾਹ ਨਹੀਂ ਸੀ ਅਤੇ ਨਾ ਹੀ ਮੈਂ ਆਪਣੇ ਪਿਤਾ ਜੀ ਜਾਂ ਕਿਸੇ ਹੋਰ ਸੰਬੰਧੀ ਪਾਸੋਂ ਆਗਿਆ ਲਈ ਸੀ। ਮੇਰਾ ਖਾਨਦਾਨ ਸਹਿਜਧਾਰੀਆਂ ਦਾ ਸੀ। ਡੇਰੇ ਖਾਲਸੇ ਹੀ ਅੰਮ੍ਰਿਤ ਛਕਣ ਦੀ ਸਲਾਹ ਬਣੀ ਤੇ ਉੱਥੇ ਹੀ ਅੰਮ੍ਰਿਤ ਛਕ ਲਿਆ। ਬਸ ਮੇਰੇ ਜੀਵਨ ਵਿੱਚ ਵੱਡੀ ਤਬਦੀਲੀ ਸੰਤ ਅਤਰ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਕੇ ਹੀ ਹੋ ਗਈ। ਇਸ ਕਰਕੇ ਸੰਤ ਅਤਰ ਸਿੰਘ ਜੀ ਨਾਲ ਮੇਰਾ ਖਾਸ ਪਿਆਰ ਹੋ ਗਿਆ ਤੇ ਮੈਂ ਉਹਨਾਂ ਦਾ ਕਾਫੀ ਨਿਕਟਵਰਤੀ ਬਣ ਗਿਆ ਸਾਂ। ਇਸ ਲਈ ਮੈਂ ਉਹਨਾਂ ਬਾਬਤ ਕੁਝ ਕਹਿ ਸਕਦਾ ਹਾਂ। ਮੇਰੇ ਵਿੱਚ ਕਿਸੇ ਦਾ ਅੰਦਰ ਵੇਖਣ ਜਾਂ ਉਸ ਦੀ ਆਤਮਾ ਦੀ ਪੂਰੀ ਉਚਤਾਈ ਸਮਝਣ ਦੀ ਸ਼ਕਤੀ ਨਹੀਂ ਹੈ, ਪਰ ਮੋਟੀ ਨਿਸ਼ਾਨੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੋਈ ਹੈ, ਉਸ ਅਨੁਸਾਰ ਸੰਤ ਜੀ ਮਹਾਰਾਜ ਬਹੁਤ ਉੱਚੀ ਆਤਮਾ ਸਨ। ਮੈਂ ਉਹਨਾਂ ਦੇ ਕਈ ਵੇਦ ਦਰਸ਼ਨ ਕੀਤੇ ਹਨ ਤੇ ਕਈ ਦਿਨ ਉਹਨਾਂ ਦੇ ਪਾਸ ਰਿਹਾ ਵੀ ਹਾਂ, ਪਰ ਮੈਂ ਕਦੀ ਕੋਈ ਅਜਿਹੀ ਗੱਲ ਦਾ ਝਲਕਾ ਨਹੀਂ ਡਿੱਠਾ ਜਿਸ ਤੋਂ ਸੰਤ ਜੀ ਮਹਾਰਾਜ ਵਿੱਚ ਜਰਾ ਵੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਬੋ ਆਉਂਦੀ ਹੋਵੇ। ਬਸ ਇੱਕ ਇਹੋ ਨਿਸ਼ਾਨੀ ਹੈ ਜਿਸ ਤੋਂ ਮੋਟੀ ਸਮਝ ਵਾਲੇ ਦੁਨੀਆਦਾਰ ਕਿਸੇ ਆਤਮਾ ਦੀ ਵਡਿਆਈ ਪਛਾਣ ਸਕਦੇ ਹਨ। ਜੋ ਆਦਮੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਰੀ ਹੈ, ਉਹ ਪੂਰਨ ਸੰਤ ਹੈ। ਇਸ ਤੋਂ ਛੁੱਟ ਪਹਿਲੀ ਉਮਰ ਵਿੱਚ ਮੈਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਨਾਲ ਪੋਲੀਟੀਕਲ ਗੱਲਾਂ ਕਰਨ ਦਾ ਵੀ ਸਮਾਂ ਮਿਲਿਆ। ਉਹਨਾਂ ਵਿੱਚ ਸਿੱਖੀ ਪ੍ਰੇਮ ਅਤੇ ਸਿੱਖ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਵੇਖਣ ਦੀ ਇੱਛਾ ਬਹੁਤ ਤੀਬਰ ਸੀ। ਉਹਨਾਂ ਦੇ ਮਨ ਵਿੱਚ ਪੂਰਨ ਨਿਸ਼ਚਾ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵੇਰਾ ਆਪ ਪ੍ਰਗਟ ਹੋ ਕੇ ਸਿੱਖੀ ਸ਼ਾਨ ਦਾ ਜਲਵਾ ਵਿਖਾਉਣਗੇ। ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਜੀ ਪ੍ਰੇਮ ਦੇ ਖਿੱਚੇ ਹੋਏ ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਡੇਰੇ ਖਾਲਸੇ ਆਏ, ਇਸੇ ਤਰ੍ਹਾਂ ਸੰਤ ਤੇਜਾ ਸਿੰਘ ਜੀ ਹੈੱਡ ਗ੍ਰੰਥੀ ਨਨਕਾਣਾ ਸਾਹਿਬ ਇਸੇ ਜਗ੍ਹਾ ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਆ ਚੁੱਕੇ ਸਨ। ਜਦ ਇਹਨਾਂ ਨੇ ਪਹਿਲੀ ਵਾਰੀ ਸੰਤ ਜੀ ਮਹਾਰਾਜ ਦੇ ਦਰਸ਼ਨ ਡੇਰੇ ਖਾਲਸੇ ਕੀਤੇ ਤਦ ਇਹ ਘੋਟੇ ਖਾਲਸਾ ਮਿਡਲ ਸਕੂਲ ਵਿੱਚ ਫਾਰਸੀ ਦੇ ਉਸਤਾਦ ਸਨ। ਸੰਤ ਜੀ ਮਹਾਰਾਜ ਜੀ ਸੋ ਇਹਨਾਂ ਦੀ ਕੰਨੀ ਪਈ ਅਤੇ ਇਹ ਬੜੇ ਚਾਅ ਨਾਲ ਡੇਰੇ ਖਾਲਸੇ ਦਰਸ਼ਨ ਕਰਨ ਲਈ ਆਏ। ਕੋਈ ਐਸੀ ਖਿੱਚ ਪਈ ਕਿ ਫਿਰ ਮੁੜ ਕੇ ਸਕੂਲ ਵਿੱਚ ਜਾਣ ਜੋਗੇ ਨਾ ਰਹੇ। ਇਹਨਾਂ ਦੇ ਆਪਣੇ ਅੱਖਰਾਂ ਵਿੱਚ ਇਉਂ ਲਿਖਿਆ ਹੈ, ਮੈਂ ਦਰਸ਼ਨ ਕਰਨ ਲਈ ਡੇਰੇ ਖਾਲਸੇ ਗਿਆ।
ਸੰਤ ਮੈਨੂੰ ਚੰਗੇ ਲੱਗੇ ਅਤੇ ਮੈਂ ਉੱਥੇ ਹੀ ਰਹਿ ਪਿਆ। ਗਿਆਨੀ ਸੁੰਦਰ ਸਿੰਘ ਜੀ, ਜੋ ਸੰਤ ਜੀ ਮਹਾਰਾਜ ਪਾਸੋਂ ਕਹੂਟੇ ਅੰਮ੍ਰਿਤ ਛਕ ਚੁੱਕੇ ਸਨ, ਇਸ ਸਮੇਂ ਸੰਤ ਜੀ ਮਹਾਰਾਜ ਪਾਸ ਡੇਰੇ ਖਾਲਸੇ ਆ ਪਹੁੰਚੇ ਅਤੇ ਦੋਵੇਂ ਵਕਤ ਅਖੰਡ ਕੀਰਤਨ ਅਤੇ ਸਤਸੰਗ ਦਾ ਰੰਗ ਮਾਣਦੇ। ਇਸ ਸਮੇਂ ਦਾ ਨਕਸ਼ਾ ਇਹਨਾਂ ਦੀ ਜ਼ੁਬਾਨੀ ਇੱਦਾਂ ਸੀ। 2 ਵਕਤ ਅਖੰਡ ਕੀਰਤਨ ਦੇ ਦੀਵਾਨ ਸਜਦੇ ਸਨ ਤੇ ਸੰਤ ਜੀ ਮਹਾਰਾਜ ਅੰਮ੍ਰਿਤ ਛਕਾਉਣ ਦਾ ਪ੍ਰਵਾਹ ਚਲਾਈ ਰੱਖਦੇ ਸਨ। ਜੇ ਕੋਈ ਪ੍ਰਚਾਰਕ ਆਇਆ ਹੋਵੇ ਤਦ ਕਥਾ ਲੈਕਚਰ ਕਰਵਾ ਕੇ ਗੁਰਮਤਿ ਦਾ ਪ੍ਰਚਾਰ ਕਰਵਾਉਂਦੇ ਅਤੇ ਸੰਗਤਾਂ ਨੂੰ 5 ਕਕਾਰ ਦੀ ਰਹਿਤ ਗੁਰਸਿੱਖੀ ਦੀ ਮਰਿਆਦਾ ਅਤੇ ਨਿਤਨੇਮ ਬਾਣੀ ਦਾ ਪਾਠ ਕਰਨਾ ਸਿਖਾਉਂਦੇ। ਇਸ ਇਲਾਕੇ ਵਿੱਚ ਭਾਵੇਂ ਬਾਬਾ ਖੇਮ ਸਿੰਘ ਜੀ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਅਤੇ ਅੰਮ੍ਰਿਤ ਵੀ ਛਕਾਇਆ ਸੀ, ਪਰ ਗੁਰਮਰਿਆਦਾ 5 ਕਕਾਰਾਂ ਦੀ ਰਹਿਤ ਦਾ ਦ੍ਰਿੜਾਉਣਾ ਸੰਤ ਜੀ ਮਹਾਰਾਜ ਦੇ ਹਿੱਸੇ ਹੀ ਆਇਆ ਸੀ। ਡੇਰੇ ਖਾਲਸੇ ਵਿੱਚ ਸੰਗਤਾਂ ਦੂਰ ਦੂਰ ਤੋਂ ਆ ਕੇ ਆਪ ਤੋਂ ਅੰਮ੍ਰਿਤ ਛਕਦੀਆਂ ਸਨ। ਆਪ ਉਪਦੇਸ਼ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 10 ਸਤਿਗੁਰਾਂ ਦਾ ਸਰੂਪ ਦੱਸਦੇ ਅਤੇ ਅੰਮ੍ਰਿਤਧਾਰੀਆਂ ਨੂੰ ਪੂਰਨ ਜੁਗਤ ਨਾਲ ਮੱਥਾ ਟੇਕਣ ਦੀ ਜਾਚ ਸਿਖਾਉਂਦੇ ਅਤੇ ਆਪਣੇ ਆਪ ਨੂੰ ਗੁਰ ਦਾ ਇੱਕ ਦਾਸ ਜਣਾਉਂਦੇ ਸਨ। ਇੱਕ ਦਿਨ ਇੱਕ ਨਗਰ ਦਾ ਇੱਕ ਪ੍ਰੇਮੀ ਸੰਤ ਜੀ ਮਹਾਰਾਜ ਪਾਸ ਅੰਮ੍ਰਿਤ ਛਕਣ ਵਾਸਤੇ ਡੇਰੇ ਖਾਲਸੇ ਆਇਆ। ਸੰਤ ਜੀ ਮਹਾਰਾਜ ਨੇ ਉਸੇ ਵਕਤ 5 ਸੇਵਕਾਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲਈ ਹੁਕਮ ਦਿੱਤਾ। ਪ੍ਰੇਮੀ ਨੇ ਅਰਜ਼ ਕੀਤੀ, ਮਹਾਰਾਜ, ਮੈਂ ਬੜੀ ਦੂਰ ਤੋਂ ਆਪ ਪਾਸੋਂ ਅੰਮ੍ਰਿਤ ਛਕਣ ਵਾਸਤੇ ਆਇਆ ਹਾਂ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਭਾਈ ਅੰਮ੍ਰਿਤ ਸਤਿਗੁਰ ਕਲਗੀਆਂ ਵਾਲੇ ਆਪ ਛਕਾਉਂਦੇ ਹਨ। ਜਿੱਥੇ 5 ਪਿਆਰੇ ਸਤਿਗੁਰ ਦੀ ਤਾਬਿਆ ਹਾਜ਼ਰ ਹੋ ਕੇ ਦਸ਼ਮੇਸ਼ ਪਿਤਾ ਦੇ ਹੁਕਮ ਅਨੁਸਾਰ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਕਰਦੇ ਹਨ, ਉੱਥੇ ਸਤਿਗੁਰੂ ਆਪ ਬੀਰ ਰਸ, ਨਾਮ ਰਸ ਅਤੇ ਪ੍ਰੇਮ ਰਸ ਦਾ ਪ੍ਰਕਾਸ਼ ਕਰਦੇ ਹਨ ਅਤੇ ਖੁਦ ਹਾਜ਼ਰ ਹੋ ਕੇ ਅੰਮ੍ਰਿਤ ਛਕਾਉਂਦੇ ਹਨ। ਤੂੰ ਸਭ ਭਰਮ ਛੱਡ ਕੇ ਅਤੇ ਹੁਕਮ ਮੰਨ ਕੇ ਅੰਮ੍ਰਿਤ ਛਕ ਲੈ। ਅਸੀਂ ਤਾਂ ਸਤਿਗੁਰ ਦੇ ਇੱਕ ਗਰੀਬ ਸਿੱਖ ਹਾਂ। 5 ਪਿਆਰਿਆਂ ਵਿੱਚ ਸਤਿਗੁਰ ਆਪ ਵਰਤਦੇ ਹਨ। ਇਹ ਸੁਣ ਕੇ ਪ੍ਰੇਮੀ ਦੀ ਨਿਸ਼ਾ ਹੋ ਗਈ ਅਤੇ ਉਸਨੇ ਬੜੀ ਸ਼ਰਧਾ ਨਾਲ ਅੰਮ੍ਰਿਤ ਛਕਿਆ। ਇਸੇ ਜਗ੍ਹਾ ਹੀ ਰਾਵਲਪਿੰਡੀ ਸਿੱਖ ਸਭਾ ਦਾ ਇੱਕ ਮੈਂਬਰ ਆਇਆ। ਗੁਰ ਦੀਆਂ ਸੰਗਤਾਂ ਸਤਿਗੁਰ ਕੀ ਬਾਣੀ ਦੀ ਆਗਿਆ ਅਨੁਸਾਰ ਸੰਤ ਜੀ ਮਹਾਰਾਜ ਨੂੰ ਮੱਥੇ ਟੇਕਦੀਆਂ ਸਨ। ਜਦ ਇਸ ਪ੍ਰੇਮੀ ਦੀ ਲੈਕਚਰ ਦੀ ਵਾਰੀ ਆਈ ਤਦ ਇਸਨੇ ਭਰੇ ਦੀਵਾਨ ਵਿੱਚ ਸੰਤ ਜੀ ਦੀ ਨਿਰਾਦਰੀ ਦੇ ਬਹੁਤ ਵਚਨ ਬੋਲੇ, ਪਰ ਸੰਤ ਜੀ ਮਹਾਰਾਜ ਅਡੋਲ ਸ਼ਾਂਤ ਰਸ ਵਿੱਚ ਟਿਕੇ ਰਹੇ। ਜਦ ਪ੍ਰੇਮੀ ਲੈਕਚਰ ਖਤਮ ਕਰ ਚੁੱਕਾ ਤਦ ਸੰਤ ਜੀ ਨੇ ਬੜੇ ਪ੍ਰੇਮ ਨਾਲ ਇਸ ਨੂੰ ਆਪਣੇ ਪਾਸ ਬਿਠਾਇਆ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਭਾਈ, ਸਾਨੂੰ ਨਾ ਮੱਥਾ ਟੇਕਿਆ ਕਰੋ। ਸ਼ਬਦ ਗੁਰੂ ਅਵਤਾਰ ਕਲਯੁਗ ਦਾ ਬੋਹਿਤ ਹਨ। ਸਭ ਮਾਈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਵਾਇਆ ਕਰੋ। ਸੰਤ ਜੀ ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਸਨ ਜਾਂ ਗਦੇਲਾ ਵਿਛਾ ਕੇ ਨਹੀਂ ਸਨ ਬੈਠਦੇ, ਬਲਕਿ ਸ਼ਾਮ ਦੇ ਕੀਰਤਨ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੁੰਦਾ ਉਦੋਂ ਵੀ ਸੰਗਤਾਂ ਦੇ ਨਾਲ ਹੀ ਦਰੀ 'ਤੇ ਬੈਠਦੇ, ਕਦੀ ਵੀ ਆਸਨ ਨਾ ਵਿਛਾਉਂਦੇ। ਸ਼ਾਮ ਦੇ ਵਕਤ ਹਰ ਰੋਜ਼ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਪ੍ਰੇਮੀਆਂ ਦੇ ਲਾਭ ਹਿੱਤ ਕਥਾ ਵਾਰਤਾ ਹੁੰਦੀ। ਇੱਕ ਦਿਨ ਪਾਰਸ ਭਾਗ ਅਤੇ ਭਾਈ ਅੱਡਣ ਸ਼ਾਹ ਦੀਆਂ ਸਾਖੀਆਂ ਦੀ ਕਥਾ ਹੋਈ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ, ਬਹੁਤੀਆਂ ਕਥਾ ਕੀ ਕਰਨੀਆਂ ਹਨ, ਗੁਣ ਗ੍ਰਹਿਣ ਕਰਨਾ ਚਾਹੀਦਾ ਹੈ। ਗਿਆਨੀ ਸੁੰਦਰ ਸਿੰਘ ਜੀ ਅਤੇ ਇੱਕ ਹੋਰ ਸੱਜਣ ਨੇ ਪੁੱਛਿਆ, ਮਹਾਰਾਜ, ਕੀ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ? ਆਪ ਨੇ ਬਚਨ ਕੀਤਾ ਕਿ ਸਭ ਤੋਂ ਵੱਡਾ ਗੁਣ ਹੈ ਖਿਮਾ, ਕਿਸੇ ਦਾ ਬੋਲ ਕਬੋਲ ਸਹਾਰਨਾ। ਗੁਣਾ ਸਿਰ ਗੁਣ ਅਤੇ ਤਪਾ ਸਿਰ ਤਪ ਹੈ। ਇੱਕ ਦਿਨ ਇੱਕ ਪਰਮਹੰਸ ਨੂੰ ਗਿਆਨੀ ਸੁੰਦਰ ਸਿੰਘ ਜੀ ਨੇ, ਜੋ ਕਿ ਇਸ ਵਕਤ ਸਿੰਘ ਸਭਾ ਦੀ ਨਵੀਂ ਲਹਿਰ ਦੇ ਜੋਸ਼ ਨਾਲ ਭਰੇ ਹੋਏ ਸੀ, ਜਾ ਵੰਗਾਰਿਆ ਕਿ ਤੂੰ ਵਾਹਿਗੁਰੂ ਦੀ ਅਮਾਨਤ ਵਿੱਚ ਖਿਆਨਤ ਨਾ ਕਰਿਆ ਕਰ, ਸਾਬਤ ਸਰੂਪ ਰੱਖਿਆ ਕਰ। ਇਹ ਸਾਧੂ ਬਹੁਤ ਕ੍ਰੋਧ ਵਿੱਚ ਆ ਗਿਆ ਅਤੇ ਆਖਣ ਲੱਗਾ ਕਿ ਇਹ ਹਮਾਰੀ ਖੇਤੀ ਹੈ, ਚਾਹੇ ਹਮ ਰੱਖੇਂ ਚਾਹੇ ਨਾ ਰੱਖੇਂ। ਵਿਚਾਰਾ ਸਰੀਰ ਅਤੇ ਖੇਤੀ ਦੇ ਮਾਲਕ ਨੂੰ ਭੁੱਲ ਗਿਆ। ਸ਼ਾਮ ਦੇ ਵਕਤ ਸੰਤ ਜੀ ਮਹਾਰਾਜ ਗੁਫਾ ਦੇ ਬਾਹਰ ਬੈਠੇ ਹੋਏ ਸਨ। ਬਹੁਤ ਸਾਰੇ ਸਾਧੂ ਅਤੇ ਸੰਗਤਾਂ ਬਿਰਾਜਮਾਨ ਸਨ। ਭਾਈ ਕਲਿਆਣ ਸਿੰਘ ਨੇ ਬੜੇ ਪਿਆਰ ਨਾਲ ਇਸ ਪਰਮਹੰਸ ਨੂੰ ਸੱਦਿਆ। ਆਓ ਮਹਾਰਾਜ ਜੀ, ਆਪ ਵੀ ਬੈਠ ਜਾਓ। ਪਰ ਇਸ ਦਾ ਗੁੱਸਾ ਅਜੇ ਠੰਡਾ ਨਹੀਂ ਸੀ ਹੋਇਆ। ਬੜੇ ਕ੍ਰੋਧ ਵਿੱਚ ਬੋਲਿਆ, ਹਮ ਤੁਮ ਕੁੱਤੇ ਕੇ ਪਾਸ ਨਹੀਂ ਬੈਠਤੇ। ਇਹ ਗੱਲ ਸੁਣ ਕੇ ਸੰਤ ਜੀ ਮਹਾਰਾਜ ਬੜੀ ਧੀਰਜ, ਸ਼ਾਂਤੀ ਅਤੇ ਪ੍ਰੇਮ ਨਾਲ ਬੋਲੇ, ਆਓ ਸੰਤ ਜੀ ਮਹਾਰਾਜ, ਅਸੀਂ ਤੁਹਾਡੇ ਕੁੱਕਰ ਹਾਂ, ਆਓ ਬੈਠੋ, ਦਰਸ਼ਨ ਦੇਵੋ। ਇਹਨਾਂ ਮਿੱਠੇ ਤੇ ਠੰਡ ਭਰੇ ਲਫ਼ਜ਼ਾਂ ਦਾ ਇਹ ਅਸਰ ਹੋਇਆ ਕਿ ਸਾਧੂ ਸੰਤ ਜੀ ਮਹਾਰਾਜ ਦੇ ਚਰਨਾਂ 'ਤੇ ਟਹਿ ਪਿਆ ਅਤੇ ਕਹਿਣ ਲੱਗਾ, ਇਹ ਤਾਂ ਸਾਖਿਆਤ ਗੁਰੂ ਗੋਬਿੰਦ ਸਿੰਘ ਜੀ ਹਨ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ, ਗੁਰੂ ਗੋਬਿੰਦ ਸਿੰਘ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਉਹਨਾਂ ਜਿਹਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕਦੇ ਹੋਵੇਗਾ। ਅਸੀਂ ਤਾਂ ਉਹਨਾਂ ਦੇ ਦਰ 'ਤੇ ਟਹਿਲ ਵਾਲੇ ਹਾਂ। ਇਸ ਨਿਮਰਤਾ ਤੇ ਪ੍ਰੇਮ ਦੀ ਇਸ ਸਾਧੂ ਦੇ ਹਿਰਦੇ 'ਤੇ ਐਸੀ ਸੱਟ ਵੱਜੀ ਕਿ ਇਸਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਮੈਨੂੰ ਅੰਮ੍ਰਿਤ ਛਕਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਸਜਾ ਦੇਵੋ।
ਸੰਤ ਜੀ ਨੇ ਆਖਿਆ, ਸਤ ਬਚਨ। ਇਸ ਤਰ੍ਹਾਂ 2 ਮਹੀਨੇ ਡੇਰੇ ਖਾਲਸੇ ਵਿੱਚ ਨਾਮ ਬਾਣੀ ਦਾ ਅਤੁੱਟ ਪ੍ਰਵਾਹ ਚੱਲਿਆ। ਪੋਠੋਹਾਰ ਦੀ ਇਸ ਵਕਤ ਦੀ ਹਾਲਤ ਬਹੁਤ ਨਿੱਘਰੀ ਹੋਈ ਸੀ। ਗੁਰਮਰਿਆਦਾ ਦਾ ਨਾਮ ਨਿਸ਼ਾਨ ਵੀ ਨਹੀਂ ਸੀ। ਸਿੰਘ ਸਭਾ ਬਿਲਕੁਲ ਆਰਿਆ ਸਮਾਜ ਦੀ ਨਕਲ ਸੀ। 8ਵੇਂ ਦਿਨ ਦੀਵਾਨ ਲੱਗਦਾ ਅਤੇ ਬਹੁਤ ਸਾਰਾ ਸਮਾਂ ਲੈਕਚਰਾਂ ਅਤੇ ਨੁਕਤਾਚੀਨੀ 'ਤੇ ਖਰਚ ਹੋ ਜਾਂਦਾ। ਸ਼ਬਦ ਕੀਰਤਨ ਕਰਨ ਵਾਲਿਆਂ ਨੂੰ ਲੋਕ ਵੱਟੇ ਮਾਰਦੇ। ਤਪ, ਤੇਜ ਅਤੇ ਸਿਮਰਨ ਦੇ ਪ੍ਰਤਾਪ ਨਾਲ ਨਾਮ ਬਾਣੀ ਦਾ ਬਹੁਤ ਚੱਕਰ ਚੱਲਿਆ ਅਤੇ ਇਸ ਖੁਸ਼ਕ ਲਹਿਰ ਵਿੱਚ ਨਾਮ ਰਸ, ਸ਼ਾਂਤ ਰਸ ਅਤੇ ਬੀਰ ਰਸ ਦੀ ਜਾਣ ਪਈ। ਸੰਤ ਜੀ ਮਹਾਰਾਜ ਹਰ ਵਕਤ ਆਤਮ ਰਸ ਵਿੱਚ ਰਹਿੰਦੇ ਅਤੇ ਇਹਨਾਂ ਨੂੰ ਹਰ ਵਕਤ ਮਹਾਂ ਆਕਾਸ਼ ਵਿੱਚ ਆਤਮ ਸਮੁੰਦਰ ਠਾਠਾ ਮਾਰਦਾ ਭਾਸਦਾ ਹੈ। ਕਈ ਵਾਰੀ ਡੇਰੇ ਖਾਲਸੇ ਦੀਆਂ ਗੁਫਾਵਾਂ ਤੋਂ ਪਿੰਡ ਵੱਲ ਜਾਂਦੇ ਆਪਣੇ ਸਾਥੀਆਂ ਨਾਲ ਬਚਨ ਬਿਲਾਸ ਕਰਦੇ ਕਰਦੇ ਆਖਦੇ, ਭਾਈ ਪ੍ਰੇਮੀਓ, ਅਸੀਂ ਚੇਤਨ ਸਮੁੰਦਰ ਵਿੱਚ ਤਾਰੀਆਂ ਲਾ ਰਹੇ ਹਾਂ। ਇੱਕ ਦਿਨ ਗੁਫਾ ਵਿੱਚ ਬੈਠਿਆਂ ਗਿਆਨੀ ਸੁੰਦਰ ਸਿੰਘ ਜੀ ਨੇ ਪੁੱਛਿਆ ਕਿ ਮਹਾਰਾਜ, ਜਦ ਆਪ ਸਰੀਰ ਛੱਡੋਗੇ ਤਦ ਕਿੱਥੇ ਜਾਓਗੇ? ਆਪ ਨੇ ਬਚਨ ਕੀਤਾ ਕਿ ਜਦ ਇਹ ਗੁਫਾ ਡਿੱਗ ਪਏਗੀ ਤਾਂ ਇਸ ਦਾ ਆਕਾਸ਼ ਕਿੱਥੇ ਜਾਏਗਾ। ਅੰਮ੍ਰਿਤਸਰ ਸਾਹਿਬ, ਤਰਨਤਾਰਨ ਦੇ ਇਲਾਕੇ ਵਿੱਚ ਦੌਰਾ ਕਰਨ ਕਰਕੇ ਸੰਤ ਜੀ ਮਹਾਰਾਜ ਦੀ ਕੀਰਤੀ ਮਾਝੇ ਦੇ ਇਲਾਕੇ ਵਿੱਚ ਵੀ ਫੈਲ ਚੁੱਕੀ ਸੀ ਅਤੇ ਇਹਨਾਂ ਦੀ ਸੋਹ ਲਾਹੌਰ ਸ਼ਹਿਰ ਅਤੇ ਹੋਰ ਇਲਾਕੇ ਵਿੱਚ ਵੀ ਪੁੱਜ ਚੁੱਕੀ ਸੀ। ਪ੍ਰੇਮੀਆਂ ਦੇ ਹਿਰਦੇ ਦਰਸ਼ਨ ਦੇ ਚਾਉ ਵਿੱਚ ਉਛਲ ਰਹੇ ਸਨ ਕਿ ਜਾ ਕੇ ਤਰਨਤਾਰਨ ਸਾਹਿਬ ਤੋਂ ਸੰਤ ਜੀ ਮਹਾਰਾਜ ਨੂੰ ਲਾਹੌਰ ਲੈ ਆਈਏ। ਪ੍ਰੇਮੀ ਅਜੇ ਲਿਆਉਣ ਦੀਆਂ ਤਿਆਰੀਆਂ ਹੀ ਕਰ ਰਹੇ ਸਨ ਕਿ ਇਹਨਾਂ ਨੂੰ ਉੱਡਦੀ ਖਬਰ ਪੁੱਜੀ ਕਿ ਸੰਤ ਜੀ ਪੋਠੋਹਾਰ ਚਲੇ ਗਏ ਹਨ। ਸਾਧ ਸੰਗਤ ਨੇ ਪੂਰਾ ਪਤਾ ਕਰਨ ਵਾਸਤੇ ਇੱਕ ਸੱਜਣ ਤਰਨਤਾਰਨ ਸਾਹਿਬ ਭੇਜਿਆ। ਉੱਥੇ ਮਾਈ ਰਾਮ ਕੌਰ ਜੀ ਦੇ ਬੁੰਗੇ ਤੋਂ ਪਤਾ ਲੱਗਾ ਕਿ ਸੰਤ ਜੀ ਸਰਦਾਰ ਕਰਬਾਰਾ ਸਿੰਘ ਜੀ ਅਤੇ ਮਾਈ ਭਾਗਵੰਤੀ ਨਾਲ ਡੇਰੇ ਖਾਲਸੇ ਪੁੱਜ ਗਏ ਹਨ। ਲਾਹੌਰ ਦੀ ਸਾਧ ਸੰਗਤ ਨੂੰ ਇਹ ਗੱਲ ਸੁਣ ਕੇ ਨਿਰਾਸ਼ਤਾ ਤਾਂ ਹੋਈ, ਪਰ ਸਿਆਣੇ ਸਰੀਰਾਂ ਨੇ ਗੁਰਮਤਾ ਕੀਤਾ ਕਿ ਸੰਤ ਜੀ ਮਹਾਰਾਜ ਉੱਤੇ ਸਮੂਹ ਸੰਗਤਾਂ ਦਾ ਹੱਕ ਹੈ। 1-2 ਮਹੀਨੇ ਮਗਰੋਂ ਜਦ ਪੋਠੋਹਾਰ ਦੀ ਸਾਧ ਸੰਗਤ ਦਾ ਪ੍ਰੇਮ ਪੂਰਾ ਹੋ ਜਾਵੇਗਾ ਤਾਂ ਕੁਝ ਸੱਜਣ ਸੇਵਾ ਵਿੱਚ ਹਾਜ਼ਰ ਹੋ ਕੇ ਸੰਤ ਜੀ ਮਹਾਰਾਜ ਨੂੰ ਲਾਹੌਰ ਲੈ ਆਣਗੇ। ਦਿਨ ਗਿਣਦਿਆਂ 2 ਮਹੀਨੇ ਬੀਤੇ। ਲਾਹੌਰ ਦੀ ਸੰਗਤ ਨੇ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਆਪਣੇ 2 ਸੇਵਕਾਂ ਦੇ ਹੱਥ ਬੇਨਤੀ ਕਰ ਭੇਜੀ ਕਿ ਮਹਾਰਾਜ, ਲਾਹੌਰ ਦੀ ਸੰਗਤ ਦਰਸ਼ਨ ਲਈ ਵਿਆਕੁਲ ਹੋ ਰਹੀ ਹੈ, ਆਪ ਜ਼ਰੂਰ ਕਿਰਪਾ ਕਰੋ। ਸੰਗਤ ਦੇ ਪ੍ਰੇਮ ਦੀ ਤਾਰ ਤਾਂ ਅੱਗੇ ਹੀ ਪਹੁੰਚ ਚੁੱਕੀ ਸੀ, ਸੋ ਸੰਤ ਸੇਵਕਾਂ ਦੇ ਪਹੁੰਚਦੇ ਹੀ ਡੇਰੇ ਖਾਲਸੇ ਤੋਂ ਤੁਰ ਪਏ। 50-60 ਸਰੀਰ ਨਾਲ ਸਨ। ਮਾਣਕੇ ਆਲੇ ਤੋਂ ਜਥੇ ਸਮੇਤ ਸੰਤ ਲਾਹੌਰ ਦੀ ਗੱਡੀ ਚੜ੍ਹੇ। ਪ੍ਰੇਮੀਆਂ ਨੇ ਤਾਰ ਦੇ ਦਿੱਤੀ ਕਿ ਸੰਤ ਜੀ ਮਹਾਰਾਜ ਲਾਹੌਰ ਦੇ ਸਟੇਸ਼ਨ 'ਤੇ ਸ਼ਾਮ ਦੇ ਵਕਤ ਪਹੁੰਚ ਰਹੇ ਹਨ। ਗੱਡੀ ਦੇ ਪਹੁੰਚਣ ਦੇ ਵਕਤ ਬੇਅੰਤ ਸੰਗਤ ਲਾਹੌਰ ਸਟੇਸ਼ਨ ਦੇ ਪਲੇਟਫਾਰਮ 'ਤੇ ਅੱਪੜ ਗਈ ਅਤੇ ਜਦ ਸੰਤ ਜੀ ਮਹਾਰਾਜ ਗੱਡੀ ਤੋਂ ਉਤਰੇ ਤਾਂ ਆਕਾਸ਼ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਚਾਰੇ ਪਾਸਿਆਂ ਤੋਂ ਫੁੱਲਾਂ ਦੀ ਵਰਖਾ ਸ਼ੁਰੂ ਹੋ ਗਈ, ਮਾਨੋ ਕਿ ਆਕਾਸ਼ ਤੋਂ ਦੇਵਤੇ ਪ੍ਰਸੰਨ ਹੋ ਕੇ ਪੁਸ਼ਪਾਂ ਦੀ ਵਰਖਾ ਕਰ ਰਹੇ ਹਨ। ਹੁਣ ਪ੍ਰੇਮੀ ਇੱਕ ਤੋਂ ਇੱਕ ਵੱਧ ਕੇ ਸੰਤ ਜੀ ਮਹਾਰਾਜ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣ ਲੱਗ ਪਏ। ਕੁਝ ਚਿਰ ਸੰਤ ਜੀ ਅਡੋਲ ਖੜੇ ਰਹੇ। ਫਿਰ ਸਾਰੀ ਸੰਗਤ ਹੌਲੀ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸਟੇਸ਼ਨ ਤੋਂ ਬਾਹਰ ਵੱਲ ਤੁਰ ਪਈ। ਪਹਿਲਾਂ ਬੜੇ ਪ੍ਰੇਮ ਅਤੇ ਅਦਬ ਨਾਲ ਸੰਤ ਜੀ ਮਹਾਰਾਜ ਨੂੰ 2 ਸੇਵਕਾਂ ਦੇ ਨਾਲ ਇੱਕ ਸੁੰਦਰ ਸਜਾਈ ਹੋਈ ਫਿਟਣ ਵਿੱਚ ਬਿਠਾਇਆ ਗਿਆ। ਫਿਰ ਸੰਤ ਜੀ ਮਹਾਰਾਜ ਦਾ ਜਥਾ ਲਾਹੌਰ ਸ਼ਹਿਰ ਦੇ ਸਾਰੇ ਪਤਵੰਤੇ ਗੁਰਮੁਖ ਸਿੱਖ ਫਿਟਣ ਟਾਂਗਿਆਂ ਵਿੱਚ ਚੜ੍ਹ ਗਏ ਅਤੇ ਬਹੁਤ ਸਾਰੀ ਸੰਗਤ ਪੈਦਲ ਹੋ ਟੁਰੀ। ਮੀਲ ਭਰ ਲੰਮਾ ਜਲੂਸ ਬਣ ਗਿਆ। ਇਸ ਤਰ੍ਹਾਂ ਅਨਾਰਕਲੀ ਲੁਹਾਰੀ ਦਰਵਾਜ਼ੇ ਦੇ ਅੰਦਰ ਸੈਦ ਮਿੱਠੇ ਪਾਣੀ ਵਾਲੇ ਤਲਾਉ ਤੋਂ ਹੁੰਦੇ ਹੋਏ ਡੇਰੇ ਸਾਹਿਬ ਪਹੁੰਚੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵਿੱਚ ਸੰਤ ਜੀ ਮਹਾਰਾਜ ਦਾ ਆਸਣ ਕਰਾਇਆ। ਇਸ ਵਕਤ ਸੰਤ ਜੀ ਮਹਾਰਾਜ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਜੋ ਦਰਸ਼ਨ ਕਰਦਾ ਨਿਹਾਲ ਹੋ ਜਾਂਦਾ। ਖਿੜੇ ਹੋਏ ਨੂਰਾਨੀ ਚਿਹਰੇ ਅਤੇ ਮਸਤ ਨੇਤਰਾਂ ਨੇ ਸਾਰੇ ਸ਼ਹਿਰ ਦੇ ਮਾਈ ਭਾਈ ਨੂੰ ਮੋਹ ਲਿਆ ਅਤੇ ਸਾਧਾਰਨ ਕਾਲੀ ਭੂਰੀ ਸਭ ਦੇ ਹਿਰਦੇ ਵਿੱਚ ਵਸ ਗਈ। ਕੋਠਿਆਂ 'ਤੇ ਬੈਠੇ ਹੋਏ ਪ੍ਰੇਮੀ ਫੁੱਲਾਂ ਦੀ ਵਰਖਾ ਕਰਦੇ ਅਤੇ ਮੁੱਖੋਂ ਆਖਦੇ, ਧੰਨ ਭੂਰੀ ਵਾਲੇ ਸੰਤ ਜੀ ਮਹਾਰਾਜ 1 ਮਹੀਨੇ ਦੇ ਕਰੀਬ ਲਾਹੌਰ ਰਹੇ। ਹਜ਼ਾਰਾਂ ਮਾਈ ਭਾਈ ਨੇ ਅੰਮ੍ਰਿਤਪਾਨ ਕੀਤਾ। ਸਰਦਾਰ ਮਿਹਰ ਸਿੰਘ ਚਾਵਲੇ, ਭਾਈ ਹਰਨਾਮ ਸਿੰਘ ਜੀ ਆਟੇ ਵਾਲੇ, ਭਾਈ ਜਵਾਹਰ ਸਿੰਘ ਜੀ ਅਤੇ ਹੋਰ ਗੁਰਮੁਖਾਂ ਨੇ ਰੱਜ ਕੇ ਸੇਵਾ ਕੀਤੀ ਅਤੇ ਦਰਸ਼ਨ ਮੇਲੇ ਦਾ ਪੂਰਾ ਲਾਭ ਉਠਾਇਆ। ਇੱਕ ਦਿਨ ਚੂਨੇ ਮੰਡੀ ਜਨਮ ਸਥਾਨ ਸਾਹਿਬ ਵਿੱਚ ਸੋਧਰ ਦਾ ਦੀਵਾਨ ਸਾਜਿਆ। ਭਾਈ ਦਿੱਤ ਸਿੰਘ ਜੀ ਗਿਆਨੀ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਮਹਿਮਾ ਅਤੇ ਗੁਰਮਤਿ ਵਿਚਾਰ 'ਤੇ ਲੈਕਚਰ ਕੀਤਾ। ਸੰਤ ਜੀ ਮਹਾਰਾਜ ਭਾਈ ਸਾਹਿਬ ਦਾ ਵਿਖਿਆਨ ਸੁਣ ਕੇ ਬੜੇ ਪ੍ਰਸੰਨ ਹੋਏ।
ਜਦ ਲੈਕਚਰ ਦਾ ਭੋਗ ਪਿਆ ਤਦ ਭਾਈ ਦਿੱਤ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਉੱਠ ਚੱਲੇ, ਪਰ ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਬਿਠਾ ਲਿਆ ਅਤੇ ਆਖਿਆ ਕਿ ਕੜਾਹ ਪ੍ਰਸ਼ਾਦ ਲੈ ਕੇ ਜਾਣਾ। ਭਾਈ ਦਿੱਤ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਆਖਿਆ ਕਿ ਸਾਧ ਸੰਗਤ ਦਾਸ ਦੇ ਦੀਵਾਨ ਵਿੱਚ ਹੁੰਦਿਆਂ ਕੜਾਹ ਪ੍ਰਸ਼ਾਦ ਨਹੀਂ ਲੈਂਦੀ, ਕਿਉਂਕਿ ਦਾਸ ਛੋਟੀ ਜਾਤੀ ਦਾ ਹੈ। ਸੰਤ ਜੀ ਮਹਾਰਾਜ ਨੇ ਇਸ ਗੱਲ ਨੂੰ ਬੜਾ ਮਹਿਸੂਸ ਕੀਤਾ ਅਤੇ ਆਪਣੇ ਮੁਖਾਰਬਿੰਦ ਤੋਂ ਆਖਿਆ, ਹੇ ਕਲਗੀਆਂ ਵਾਲਿਆ ਪਾਤਸ਼ਾਹ, ਤੇਰੇ ਪਿਆਰਿਆਂ ਦੀ ਇਹ ਬੇਅਦਬੀ ਕਦ ਤਿਕਰ ਹੁੰਦੀ ਰਹੇਗੀ। ਪਿਛਲੀ ਵਾਰੀ ਜਦ ਸੰਤ ਜੀ ਮਹਾਰਾਜ ਬਾਬਾ ਸ਼ਾਮ ਸਿੰਘ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਅੰਮ੍ਰਿਤਸਰ ਸਾਹਿਬ ਆਏ ਸਨ, ਤਦ ਬਾਬਾ ਜੀ ਨੇ ਸੰਤ ਜੀ ਮਹਾਰਾਜ ਦਾ ਡੇਰਾ ਭਾਈ ਆਤਮਾ ਸਿੰਘ ਜੀ ਦੀ ਸਿੰਧੀ ਪਾਸ ਕਰਾਇਆ ਸੀ। ਇਸ ਪ੍ਰੇਮੀ ਨੇ ਅਤੁੱਟ ਸੇਵਾ ਕੀਤੀ। ਇਹ ਸੰਤ ਜੀ ਮਹਾਰਾਜ ਦਾ ਸੱਚਾ ਸੇਵਕ ਬਣ ਗਿਆ ਅਤੇ ਨਾਮ ਸਿਮਰਨ ਦੇ ਰੰਗ ਵਿੱਚ ਰੰਗਿਆ ਗਿਆ। ਜਦ ਇਸ ਨੂੰ ਪਤਾ ਲੱਗਾ ਕਿ ਸੰਤ ਜੀ ਪੋਠੋਹਾਰ ਤੋਂ ਲਾਹੌਰ ਆ ਗਏ ਹਨ, ਇਹ ਦਰਸ਼ਨ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ 'ਤੇ ਆਇਆ ਅਤੇ ਬੜੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਅਤੇ ਸਿੰਧ ਦੇਸ਼ ਦੇ ਵਿੱਚ ਵੀ ਨਾਮ ਬਾਣੀ ਦਾ ਪ੍ਰਵਾਹ ਚਲਾਓ। ਸੰਤ ਜੀ ਮਹਾਰਾਜ ਨੇ ਇਸ ਦੀ ਪ੍ਰੇਮ ਭਰੀ ਬੇਨਤੀ ਪ੍ਰਵਾਨ ਕਰ ਲਈ ਅਤੇ ਫਰਮਾਇਆ ਕਿ ਚੰਗਾ, ਕਰਤਾਰ ਦੇ ਹੁਕਮ ਵਿੱਚ ਸਿੰਧ ਦਾ ਵੀ ਦੌਰਾ ਕਰਾਂਗੇ। ਲਾਹੌਰ ਤੋਂ ਸੰਤ ਜੀ ਮਹਾਰਾਜ ਭਾਈ ਆਤਮਾ ਸਿੰਘ ਜੀ ਦੇ ਨਾਲ ਅੰਮ੍ਰਿਤਸਰ ਸਾਹਿਬ ਆਏ। ਕੁਝ ਦਿਨ ਸਾਧ ਸੰਗਤ ਵਿੱਚ ਸਤਨਾਮ ਅਤੇ ਅੰਮ੍ਰਿਤ ਦਾ ਪ੍ਰਵਾਹ ਚਲਾਇਆ। ਫਿਰ ਕੋਟਕਪੂਰੇ ਦੇ ਰਸਤੇ ਮੁਕਤਸਰ ਸਾਹਿਬ ਪਹੁੰਚੇ ਤੇ ਮਾਘੀ ਦਾ ਮੇਲਾ ਇੱਥੇ ਹੀ ਕੀਤਾ। ਇੱਕ ਦਿਨ ਟਿੱਬੀ ਸਾਹਿਬ ਅਤੇ ਰਕਾਬਸਰ ਸਾਹਿਬ ਦੀ ਯਾਤਰਾ ਕੀਤੀ ਅਤੇ ਚਰਨ ਧੂੜ ਮਸਤਕ ਤੇ ਲਾਈ। ਇਸ ਖੁੱਲ੍ਹੇ ਮੈਦਾਨ ਵਿੱਚ ਇੱਕ ਪਾਸੇ ਇਕਾਂਤ ਬੈਠ ਗਏ ਅਤੇ ਸੱਚੇ ਪਿਤਾ ਦੇ ਚਰਨ ਕਮਲਾਂ ਦਾ ਧਿਆਨ ਧਰ ਸਿਮਰਨ ਵਿੱਚ ਜੁੜ ਗਏ। ਪ੍ਰੇਮ ਰੰਗ ਦਾ ਕੋਈ ਐਸਾ ਹੁਲਾਰਾ ਆਇਆ ਕਿ ਚੋਜੀ ਪਿਤਾ ਦੇ ਅਸਚਰਜ ਕੋਤਕਾਂ ਦਾ ਨਕਸ਼ਾ ਸਾਹਮਣੇ ਆ ਗਿਆ। ਕਿਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਅਕਾਲੀ ਪ੍ਰੀਖਿਆ ਵਿੱਚ ਸਿੱਖ ਬੱਚਿਆਂ ਨੇ ਮੋਹ ਮਾਇਆ ਦੀ ਠੋਕਰ ਖਾਧੀ, ਕਿਸ ਤਰ੍ਹਾਂ ਉਸ ਸੱਚੇ ਪਾਤਸ਼ਾਹ ਨੂੰ ਬੇਦਾਵਾ ਲਿਖ ਕੇ ਆਪਣੇ ਘਰਾਂ ਵੱਲ ਟੁਰ ਪਏ, ਕਿਸ ਤਰ੍ਹਾਂ ਮਾਈਆਂ ਬੀਬੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਅਨੰਦਪੁਰ ਸਾਹਿਬ ਦੀ ਸੁੱਖ ਸਾਂਦ ਪੁੱਛੀ, ਕਿਸ ਤਰ੍ਹਾਂ ਇਹਨਾਂ ਪ੍ਰੇਮੀਆਂ ਨੇ ਨੀਵੀਂ ਪਾ ਕੇ ਅਨੰਦਪੁਰ ਸਾਹਿਬ ਦੇ ਕਠਨ ਘੇਰੇ ਅਤੇ ਆਪਣੇ ਬੇਦਾਵਾ ਲਿਖਣ ਦੀ ਵਿਥਿਆ ਸੁਣਾਈ, ਕਿਸ ਤਰ੍ਹਾਂ ਮਾਈਆਂ ਬੀਬੀਆਂ ਨੇ ਮਿਹਣਾ ਮਾਰਿਆ ਕਿ ਤੁਸੀਂ ਸ਼ਸਤਰ ਸਾਨੂੰ ਦਿਓ ਅਤੇ ਘੱਗਰੇ ਪਾ ਕੇ ਘਰੀ ਬੈਠ ਜਾਓ, ਕਿਸ ਤਰ੍ਹਾਂ ਤਰਕ ਖਾ ਕੇ ਮਾਈ ਭਾਗੋ ਦੀ ਅਗਵਾਈ ਹੇਠ ਇਹ 40 ਦੇ 40 ਸਿੱਖ ਕਲਗੀਆਂ ਵਾਲੇ ਦੇ ਚਰਨਾਂ ਤੋਂ ਵਾਰਨੇ ਹੋਣ ਦਾ ਪ੍ਰਣ ਕਰਕੇ ਟੁਰੇ, ਕਿਸ ਤਰ੍ਹਾਂ ਖਿਦਰਾਣੇ ਦੀ ਢਾਬ ਪਾਸ ਆ ਕੇ ਇਹਨਾਂ ਦਾ ਵਜ਼ੀਰ ਖਾਂ ਦੀ ਫੌਜ ਨਾਲ ਟਾਕਰਾ ਹੋਇਆ, ਕਿਸ ਤਰ੍ਹਾਂ ਇੱਕ ਸ਼ੇਰ ਦਾ ਬੱਚਾ ਰਣ ਵਿੱਚ ਜੂਝਿਆ ਅਤੇ ਅਨੇਕਾਂ ਨੂੰ ਤਲਵਾਰਾਂ ਦੀ ਘਾਟ ਉਤਾਰ ਕੇ ਆਪ ਸ਼ਹੀਦ ਹੋਇਆ, ਕਿਸ ਤਰ੍ਹਾਂ ਇਹਨਾਂ ਦੀ ਨਿਰਭੈ ਬਹਾਦਰੀ ਨੇ ਤੁਰਕਾਂ ਦਾ ਮੂੰਹ ਮੋੜ ਦਿੱਤਾ, ਕਿਸ ਤਰ੍ਹਾਂ ਟਿੱਬੀ ਸਾਹਿਬ ਤੋਂ ਜਾਨੀ ਜਾਨ ਸਾਖੀ ਰੂਪ ਦਸ਼ਮੇਸ਼ ਪਿਤਾ ਨੇ ਆਪਣੇ ਬੱਚਿਆਂ ਦੀ ਸਹਾਇਤਾ ਲਈ ਤੀਰ ਵਰਸਾਏ ਤੇ ਇੱਕ ਤੀਰ ਨਾਲ ਹਜ਼ਾਰਾਂ ਤੁਰਕਾਂ ਨੂੰ ਸੋਧਿਆ। ਇਸ ਤਰ੍ਹਾਂ ਸ਼ਹੀਦ ਹੋਏ ਸਿੰਘਾਂ ਵਿੱਚੋਂ ਸਿਸਕਦੇ ਮਹਾਂ ਸਿੰਘ ਨੇ ਦਸ਼ਮੇਸ਼ ਪਿਤਾ ਦੇ ਦੀਦਾਰ ਦੀ ਇੱਕ ਰਸ ਤਾਂਘ ਕੀਤੀ। ਕਿਸ ਤਰ੍ਹਾਂ ਚੋਜੀ ਪਿਤਾ ਆਪਣੇ ਘੋੜੇ ਨੂੰ ਸਿਰਪਟ ਛੱਡ ਕੇ ਸਿੱਖ ਦੇ ਪ੍ਰੇਮ ਦੇ ਖਿੱਚੇ ਹੋਏ ਰਣਭੂਮੀ ਵੱਲ ਟੁਰ ਪਏ। ਕਿਸ ਤਰ੍ਹਾਂ ਰਸਤੇ ਵਿੱਚ ਇੱਕ ਰਕਾਬ ਟੁੱਟ ਗਈ, ਪਰ ਆਪਣੇ ਬੱਚੇ ਦੇ ਪ੍ਰੇਮ ਵਿੱਚ ਮਗਨ ਕਲਗੀਆਂ ਵਾਲੇ ਵਾਹੋ ਦਾਹੀ ਰਣਭੂਮੀ ਵਿੱਚ ਪਹੁੰਚ ਗਏ। ਕਿਸ ਤਰ੍ਹਾਂ ਘੋੜੇ ਤੋਂ ਉਤਰ ਆਪਣੇ ਰੁਮਾਲ ਨਾਲ ਬੱਚਿਆਂ ਦੇ ਮੂੰਹ ਪੂੰਝ ਕੇ 5,000 10,000 50,000 ਦਾ ਵਰ ਦਿੰਦੇ ਭਾਈ ਮਾਹ ਸਿੰਘ ਜੀ ਪਾਸ ਅੱਪੜੇ। ਕਿਸ ਤਰ੍ਹਾਂ ਸੱਚੇ ਪਿਤਾ ਨੇ ਆਪਣੇ ਬੱਚੇ ਦਾ ਸੀਸ ਆਪਣੇ ਪੱਟ 'ਤੇ ਰੱਖ ਕੇ ਆਖਿਆ, ਭਾਈ ਮਾਹ ਸਿੰਘ, ਅਸੀਂ ਆ ਗਏ ਹਾਂ, ਮੰਗ ਜੋ ਕੁਝ ਮੰਗਣਾ ਹੀ। ਕਿਸ ਤਰ੍ਹਾਂ ਭਾਈ ਮਾਹ ਸਿੰਘ ਜੀ ਨੇ ਨੇਤਰ ਖੋਲ੍ਹੇ ਤੇ ਆਖਿਆ, ਮਹਾਰਾਜ ਆਪ ਦੇ ਦੀਦਾਰ ਵਿੱਚ ਅਰਸ਼ਾਂ ਦੀਆਂ ਸਾਰੀਆਂ ਬਰਕਤਾਂ ਆ ਗਈਆਂ ਹਨ, ਪਰ ਜੇ ਟੁੱਟੇ ਹੋ ਤਦ ਆਪਣੇ ਈਵਾਨੇ ਬੱਚਿਆਂ ਦਾ ਬੇਦਾਵਾ ਪਾੜ ਦੇਵੋ ਅਤੇ ਟੁੱਟੀ ਗੰਢ ਦੇਵੋ। ਕਿਸ ਤਰ੍ਹਾਂ ਇਹ ਹਿਰਦੇ ਬੇਦਕ ਪ੍ਰੇਮ ਭਰੀ ਅਰਜ਼ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਜਾਮੇ ਦੇ ਅੰਦਰਲੇ ਹਿੱਸੇ ਵਿੱਚੋਂ ਸਿੱਖਾਂ ਦੇ ਬੇਦਾਵੇ ਦਾ ਕਾਗਜ਼ ਕੱਢਿਆ ਅਤੇ ਧੰਨ ਭਾਈ ਮਾਹ ਸਿੰਘ, ਧੰਨ ਭਾਈ ਮਾਹ ਸਿੰਘ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਆਖ ਕੇ ਕਾਗਜ਼ ਦੇ ਪੁਰਜੇ ਕਰ ਦਿੱਤੇ। ਰਣਭੂਮੀ ਵਿੱਚ ਆਪਣੇ ਬੱਚਿਆਂ ਦੇ ਲਹੂ ਨਾਲ ਇੱਕ ਮਿੱਕ ਕਰ ਦਿੱਤਾ ਅਤੇ ਟੁੱਟੀ ਗੰਢ ਲਈ। ਜਦ ਟੁੱਟੀ ਗੰਢਣ ਦਾ ਅਖੀਰੀ ਨਜ਼ਾਰਾ ਸੰਤ ਜੀ ਮਹਾਰਾਜ ਦੇ ਸਾਹਮਣੇ ਆਇਆ, ਤਦ ਹਿਰਦੇ ਵਿੱਚ ਇੱਕ ਖਾਸ ਪ੍ਰੇਮ ਦੀ ਲਹਿਰ ਉੱਠੀ ਅਤੇ ਮੁੱਖ ਤੋਂ ਆਪਣੇ ਆਪ ਹੀ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਨਿਕਲਿਆ। ਧੰਨ ਤੂੰ ਅਤੇ ਧੰਨ ਤੇਰਾ ਬਿਰਧ ਪਾਲਕ ਪ੍ਰੇਮ। ਅਨੰਦਪੁਰ ਸਾਹਿਬ ਦੀ ਸਾਰੀ ਅਮੋਲਕ ਸਮੱਗਰੀ ਬੇਪਰਵਾਹ ਹੋ ਕੇ ਤਿਆਗ ਦਿੱਤੀ, ਪਰ ਆਪਣੇ ਭੁੱਲੇ ਹੋਏ ਪਿਆਰੇ ਬੱਚਿਆਂ ਦਾ ਬੇਦਾਵਾ ਸੀਨੇ ਨਾਲ ਲਾ ਕੇ ਰੱਖਿਆ। ਕਦ ਉਹ ਸਮਾਂ ਆਵੇ ਕਿ ਭੁੱਲ ਚੁੱਕੇ ਬਾਰਕ ਪਛਤਾਉਣ ਅਤੇ ਕਦ ਟੁੱਟੀ ਗੰਢੀ ਜਾਵੇ। ਮੁਕਤਸਰ ਸਾਹਿਬ ਤੋਂ ਮਾਘੀ ਦਾ ਇਸ਼ਨਾਨ ਕਰਕੇ ਸੰਤ ਜੀ ਮਹਾਰਾਜ ਬਠਿੰਡਾ ਸਮਾਸਟਾ ਦੇ ਰਸਤੇ ਸਿੰਧ ਵੱਲ ਤੁਰ ਪਏ। ਇਸ ਸਮੇਂ ਭਾਈ ਹੀਰਾ ਸਿੰਘ ਜੀ ਰਾਗੀ ਵੀ ਸੰਤ ਜੀ ਮਹਾਰਾਜ ਦੇ ਨਾਲ ਸਨ।
ਉਹ ਤਰਨ ਤਾਰਨ ਸਾਹਿਬ ਤੋਂ ਹੀ ਜਥੇ ਨਾਲ ਰਲ ਗਏ ਸਨ। ਚਿੱਤ ਵਿੱਚ ਵੈਰਾਗ ਸੀ ਅਤੇ ਹਿਰਦੇ ਵਿੱਚ ਸਾਧ ਸੰਗਤ ਦਾ ਓਟ ਆਸਰਾ ਲੈ ਕੇ ਮਨ ਨੂੰ ਜਿੱਤਣ ਦਾ ਸੰਕਲਪ ਸੀ। ਇਹਨਾਂ ਦੀ ਜ਼ਬਾਨੀ ਭਾਈ ਸੁੱਧ ਸਿੰਘ ਜੀ ਲਿਖਦੇ ਹਨ, ਗੰਗਾ ਦੇ ਅਗੰਮੀ ਪ੍ਰਵਾਹ ਵਤ ਸੰਤ ਜੀ ਮਹਾਰਾਜ ਦਾ ਦੌਰਾ ਸਿੰਧ ਵੱਲ ਤੁਰਿਆ। ਖਾਣ ਵਾਸਤੇ ਨਾ ਕੁਝ ਨਾਲ ਸੀ ਅਤੇ ਨਾ ਰਸਤੇ ਵਿੱਚ ਕਿਸੇ ਨੂੰ ਖਬਰ ਕੀਤੀ ਗਈ ਸੀ। ਛਾਬੜੀ ਵਾਲੇ ਪਾਸੋਂ ਸੰਤ ਜੀ ਕੋਈ ਵੀ ਚੀਜ਼ ਛਕਣ ਦੀ ਆਗਿਆ ਨਹੀਂ ਦਿੰਦੇ ਸਨ। ਚਾਲ ਢੰਗ ਛਕਣ ਲਈ ਕੁਝ ਨਾ ਮਿਲਿਆ। ਨਿਤਨੇਮ ਇਸ਼ਨਾਨ ਤਾਂ ਰਸਤੇ ਵਿੱਚ ਹੁੰਦਾ ਗਿਆ। ਆਸਾ ਦੀ ਵਾਰ ਵੀ ਗੱਡੀ ਵਿੱਚ ਲੱਗਦੀ ਰਹੀ ਅਤੇ ਨਾਮ ਬਾਣੀ ਦਾ ਚੰਗਾ ਰਸ ਬਣਿਆ ਰਿਹਾ, ਪਰ ਸਰੀਰਕ ਆਧਾਰ ਨਾ ਮਿਲਣ ਕਰਕੇ ਭੁੱਖ ਅਤੇ ਅਤ ਦਰਜੇ ਦੀ ਲੱਗ ਗਈ। ਸੰਤ ਜੀ ਮਹਾਰਾਜ ਤਾਂ ਸਾਧਨ ਸੰਪੰਨ ਸਨ। ਉਹ ਐਨ ਰੱਬੀ ਰੰਗ ਵਿੱਚ ਅਲਮਸਤ ਖਿੜੇ ਰਹੇ ਅਤੇ ਚਿਹਰਾ ਉੱਤੇ ਉਸੇ ਤਰ੍ਹਾਂ ਦਗਦਗ ਕਰੀ ਗਿਆ, ਪਰ ਜਥੇ ਦੇ ਬਾਕੀ ਸਰੀਰਾਂ ਦੇ ਚਿਹਰੇ ਕੁਮਲਾ ਗਏ। ਸੱਖਰ ਦਾ ਸਟੇਸ਼ਨ ਆਇਆ ਤਾਂ ਇੱਥੇ ਜਥੇ ਦੀ ਹਾਲਤ ਦੇਖ ਕੇ ਸੰਤ ਜੀ ਮਹਾਰਾਜ ਨੇ ਉਤਰਨ ਦਾ ਹੁਕਮ ਦਿੱਤਾ। ਸਟੇਸ਼ਨ ਤੋਂ ਸਿੱਧੇ ਸਾਧ ਬੇਲੇ ਘਾਟ ਵੱਲ ਗਏ ਅਤੇ ਬੇੜੀਆਂ ਤੇ ਚੜ੍ਹ ਕੇ ਸਾਧ ਬੇਲੇ ਆ ਪੜੇ। ਇਹ ਗੁਰਦੁਆਰਾ ਸਿੰਧ ਵਿੱਚ ਇੱਕ ਖਾਸ ਸਥਾਨ ਹੈ ਅਤੇ ਸ਼ਹਿਰ ਸੱਖਰ ਦੀ ਇੱਕ ਅਦੁੱਤੀ ਪੂਜਿਆ ਅਤੇ ਰਮਣੀਕ ਸੈਰਗਾਹ ਹੈ। ਚਟਾਨ ਦੇ ਦੋਵੇਂ ਪਾਸੇ ਦਰਿਆ ਸਿੰਧ ਦੀ ਵੱਡੀ ਧਾਰ ਠਾਠਾ ਮਾਰ ਰਹੀ ਹੈ ਅਤੇ ਵਿਚਕਾਰ ਇੱਕ ਛੋਟੇ ਜਿਹੇ ਸੁਹਾਵਣੇ ਟਾਪੂ ਤੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਇੱਕ ਸੁੰਦਰ ਬਾਗ ਹੈ ਜਿਸ ਵਿੱਚ ਕਈ ਸੋਹਣੇ ਸੋਹਣੇ ਰਿਹਾਇਸ਼ੀ ਮਕਾਨ ਅਤੇ ਮੰਦਰ ਹਨ। ਇਸ ਦੇ ਮਹੰਤ ਤੇ ਸੇਵਾਦਾਰ ਉਦਾਸੀ ਸਾਧੂ ਚੱਲੇ ਆਉਂਦੇ ਹਨ। ਇਹਨਾਂ ਦੇ ਇੱਕ ਬਜ਼ੁਰਗ ਨੇ ਇਕਾਂਤ ਅਤੇ ਰਮਣੀਕ ਸਥਾਨ ਦੇਖ ਕੇ ਇੱਥੇ ਤਪ ਕੀਤਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਵਾਸਤੇ ਜਗ੍ਹਾ ਬਣਾਈ ਸੀ। ਤਪ ਅਤੇ ਕਥਾ ਵਾਰਤਾ ਦੀ ਬਰਕਤ ਨਾਲ ਸਮਾਂ ਪਾ ਕੇ ਸਥਾਨ ਵੱਧ ਗਿਆ ਅਤੇ ਸਿੰਧ ਦਾ ਇੱਕ ਪੂਜਨਿਕ ਧਾਮ ਬਣ ਗਿਆ। ਜਿਸ ਸਮੇਂ ਸੰਤ ਜੀ ਮਹਾਰਾਜ ਇਸ ਸਥਾਨ ਵਿੱਚ ਪਹੁੰਚੇ, ਉਸ ਸਮੇਂ ਇਸ ਦਾ ਪ੍ਰਬੰਧ ਮਹੰਤ ਹਰਨਾਮ ਦਾਸ ਜੀ ਦੇ ਹੱਥ ਵਿੱਚ ਸੀ। ਉਸ ਨੇ ਜਥੇ ਨੂੰ ਕੱਚੀ ਰਸਤ ਦੇ ਦਿੱਤੀ ਕਿ ਪਕਾਓ ਅਤੇ ਖਾਓ। ਕਈ ਡੰਗ ਦੇ ਭੁੱਖੇ ਅਤੇ ਥੱਕੇ ਹੋਏ ਪ੍ਰੇਮੀਆਂ ਨੇ ਰਸਤ ਲੈ ਲਈ ਅਤੇ ਦਰਿਆ ਦੇ ਕਿਨਾਰੇ ਲੰਗਰ ਤਿਆਰ ਕਰਨ ਦਾ ਪ੍ਰਬੰਧ ਕੀਤਾ। ਰਾਤ ਦੇ 11 ਵਜੇ ਲੰਗਰ ਸੱਜ ਗਿਆ। ਸੰਤ ਜੀ ਮਹਾਰਾਜ ਨੇ ਪੰਗਤ ਲਗਾਉਣ ਦਾ ਹੁਕਮ ਦਿੱਤਾ। ਸੰਤ ਜੀ ਨੇ ਜੁਗਤ ਅਨੁਸਾਰ ਇਸ ਦਿਨ ਵੀ ਅਲਪ ਆਹਾਰ ਹੀ ਕੀਤਾ, ਪਰ ਬਾਕੀ ਸਾਰੇ ਜਥੇ ਨੇ ਰੱਜ ਰੱਜ ਕੇ ਪ੍ਰਸ਼ਾਦ ਛਕਿਆ। ਭਾਈ ਹੀਰਾ ਸਿੰਘ ਜੀ ਕਥਾ ਕਰਦੇ ਕਰਦੇ ਇੱਥੇ ਅਟਕ ਗਏ। ਗਲਾ ਰੁਕ ਗਿਆ। ਨੈਣ ਕਿਸੇ ਖਾਸ ਪ੍ਰੇਮ ਦੇ ਰੰਗ ਵਿੱਚ ਭਰ ਆਏ ਅਤੇ ਆਖਣ ਲੱਗੇ, ਉਸ ਭੋਜਨ ਦਾ ਜੋ ਰਸ ਅਤੇ ਸਵਾਦ ਆਇਆ ਸੀ ਕੀ ਦੱਸਾਂ। ਕੋਈ ਉਸੇ ਤਰ੍ਹਾਂ ਸੰਤ ਜੀ ਦੇ ਨਾਲ ਰਲੇ, ਉਸੇ ਤਰ੍ਹਾਂ ਕੜਾਕੇ ਆਉਣ, ਉਸੇ ਤਰ੍ਹਾਂ ਲੰਗਰ ਦਰਿਆ ਦੇ ਕਿਨਾਰੇ ਪੱਕੇ ਅਤੇ ਰਾਤ ਦੇ 11 ਵਜੇ ਚੌਥੇ ਦਿਨ ਭੋਜਨ ਛਕੇ। ਫਿਰ ਉਸ ਨੂੰ ਇਸ ਸਵਾਦ ਅਤੇ ਆਨੰਦ ਦਾ ਅਨੁਭਵ ਹੋਵੇ। ਦੂਜੇ ਦਿਨ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਤਾਂ ਆਪਣੇ ਨੇਮ ਮੁਜਬ 1 ਵਜੇ ਹੀ ਜਾਗ ਪਏ, ਪਰ ਜਥੇ ਦੇ ਬਾਕੀ ਸੱਜਣ ਸਿਵਾਏ ਭਾਈ ਕਲਿਆਣ ਸਿੰਘ ਜੀ ਦੇ ਸੁੱਤੇ ਰਹੇ। ਸੰਤ ਜੀ ਨੇ ਦਰਿਆ ਸਿੰਧ ਵਿੱਚ ਇਸ਼ਨਾਨ ਕੀਤਾ, ਫਿਰ ਆਪਣੇ ਨਿਤਨੇਮ ਅਤੇ ਨਾਮ ਸਿਮਰਨ ਵਿੱਚ ਜੁੜ ਗਏ। 5 ਵਜੇ ਤੀਕਰ ਬਾਕੀ ਜਥੇ ਦੇ ਕਿਸੇ ਸਰੀਰ ਨੇ ਵੀ ਪਾਸਾ ਨਾ ਪਰਤਿਆ। ਅਖੀਰ ਸੰਤਾਂ ਨੇ ਆਪ ਆਵਾਜ਼ ਦੇ ਕੇ ਉਠਾਇਆ ਕਿ ਉੱਠੋ ਭਾਈ, ਆਸਾ ਦੀ ਵਾਰ ਲਾਉਣ ਦਾ ਵਕਤ ਹੋ ਗਿਆ ਹੈ। ਬੜੀ ਮੁਸ਼ਕਲ ਨਾਲ ਸਾਰੇ ਉੱਠੇ। ਸੰਤਾਂ ਨੇ ਸਭ ਨੂੰ ਆਪਣੇ ਪਾਸ ਬੁਲਾਇਆ ਤੇ ਆਖਿਆ ਕਿ ਪਹਿਲਾਂ ਸਾਡਾ ਬਚਨ ਸੁਣ ਲਵੋ, ਫਿਰ ਇਸ਼ਨਾਨ ਕਰਨਾ। ਪ੍ਰੇਮੀਓ, ਫਕੀਰੀ ਬੜੀ ਦੂਰ ਹੈ। ਜਦ ਤੀਕਰ ਸਿਮਰਨ ਅਤੇ ਸੇਵਾ ਦੇ ਆਸਰੇ ਨਾਮ ਰੂਪ ਤੋਂ ਅਭਾਵ ਹੋ ਕੇ ਸਰੀਰ ਤੋਂ ਪਰੇ ਨਾ ਹੋ ਜਾਓ, ਫਕੀਰ ਨਹੀਂ ਬਣਦਾ। ਅਸੀਂ ਤਾਂ ਥੋੜ੍ਹੇ ਜਿਹੇ ਦੁੱਖ ਨੂੰ ਦੁੱਖ ਮੰਨ ਲੈਂਦੇ ਹਾਂ ਅਤੇ ਸਰੀਰ ਦੇ ਅਧੀਨ ਹੋ ਕੇ ਸਤਿਗੁਰ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਭਾਈ, ਫਕੀਰੀ ਬਾਣਾ ਧਾਰਨ ਦਾ ਤਾਂ ਇਹੀ ਗੁਣ ਹੈ ਕਿ ਘੱਟ ਤੋਂ ਘੱਟ ਭੇਖ ਦੀ ਲਾਜ ਕਰਕੇ ਹੀ ਹਰ ਵੇਲੇ ਸਤਿਗੁਰ ਦਾ ਹੁਕਮ ਯਾਦ ਰਹੇ। ਇਹ ਕਹਿ ਕੇ ਸੰਤ ਜੀ ਮਹਾਰਾਜ ਨੇ ਸਭ ਨੂੰ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਅਤੇ ਅੱਧੇ ਘੰਟੇ ਦੇ ਅੰਦਰ ਅੰਦਰ ਸਭ ਆਸਾ ਦੀ ਵਾਰ ਦੇ ਕੀਰਤਨ ਵਿੱਚ ਜੁੜ ਗਏ। ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਨੇ ਗੱਡੀ ਤੇ ਚੜ੍ਹਨ ਦੀ ਤਿਆਰੀ ਕਰ ਲਈ ਅਤੇ ਇੱਥੋਂ ਸਿੱਧੇ ਹੈਦਰਾਬਾਦ ਸਿੰਧ ਜਾ ਉਤਰੇ। ਇੱਥੇ ਭਾਈ ਆਤਮਾ ਸਿੰਘ ਜੀ ਸਿੰਧੀ ਨੇ ਸੰਤ ਜੀ ਮਹਾਰਾਜ ਦੇ ਡੇਰੇ ਦਾ ਪ੍ਰਬੰਧ ਕੀਤਾ। ਹਰ ਰੋਜ਼ ਸਵੇਰੇ ਆਸਾ ਦੀ ਵਾਰ ਲੱਗਦੀ ਅਤੇ ਸ਼ਾਮ ਦੇ ਵਕਤ ਵੀ ਦੀਵਾਨ ਸਜਦਾ। ਇਸ ਤੋਂ ਅਗਲਾ ਭਾਗ ਜੀਵਨੀ ਦਾ ਅਗਲੀ ਵੀਡੀਓ ਵਿੱਚ ਦੇਖਾਂਗੇ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਅਗਲੇ ਭਾਗਾਂ ਦੀ ਅਪਡੇਟਸ ਨਾਲ ਦੀ ਨਾਲ ਲੈ ਸਕੋ। ਬਹੁਤ ਬਹੁਤ ਧੰਨਵਾਦ।